ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਿਹਰਬਾਨ। ਉਹਨਾਂ ਦੀ ਪਵਿੱਤਰ ਗੋਦ ਵਿੱਚ 8ਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨ ਛੋਹ ਪਾਵਨ ਸਥਾਨ 'ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਕੱਤਰ ਹੋਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ, ਜੀ ਆਇਆਂ। ਕਰਤਾਰ ਦਾ ਬਹੁਤ ਸ਼ੁਕਰ ਹੈ, ਸਾਨੂੰ ਅੱਜ ਦੀ ਸਵੇਰ ਵੀ ਪ੍ਰਾਪਤ ਹੋਈ, ਜੀਵਨ ਪ੍ਰਾਪਤ ਹੋਇਆ, ਸਵਾਸ ਪ੍ਰਾਪਤ ਹੋਏ, ਸਰੀਰ ਨਰੋਆ ਹੋਇਆ, ਸਾਧਨ ਸਾਡੇ ਕੋਲ ਬਣੇ, ਸਮਾਂ ਸਾਨੂੰ ਮਿਲਿਆ। ਹਰ ਸਮੇਂ ਦੀ ਸਫਲਤਾ ਵਾਸਤੇ ਗੁਰੂ ਹੁਕਮ ਦੇ ਅਨੁਸਾਰ ਅਸੀਂ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਕੇ ਤੇ ਸੰਗਤ ਵਿੱਚ ਆਣ ਜੁੜ ਬੈਠੇ। ਹੁਣੇ ਹੁਣੇ ਆਸਾ ਕੀ ਵਾਰ ਅਤੇ ਹੋਰ ਸ਼ਬਦਾਂ ਦਾ ਕੀਰਤਨ ਮਾਨਯੋਗ ਭਾਈ ਸਾਹਿਬ ਜੀ ਦੇ ਪਾਸੋਂ, ਜਿਹੜੇ ਕਿ ਬੜੇ ਪਿਆਰ ਦੇ ਨਾਲ ਗਾਇਨ ਕਰ ਰਹੇ ਸਨ, ਉਹਨਾਂ ਦੇ ਪਾਸੋਂ ਸਰਵਣ ਕੀਤਾ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ 'ਤੇ ਸੇਵਾਦਾਰ ਮਾਨਯੋਗ ਸਿੰਘ ਸਾਹਿਬ ਗਿਆਨੀ ਜੀ ਬਹੁਤ ਪਿਆਰ ਦੇ ਨਾਲ ਸਾਨੂੰ ਅੱਜ ਦਾ ਇਹ ਪਾਵਨ ਸ਼ਬਦ ਸਰਵਣ ਕਰਵਾਇਆ, ਜਿਹੜਾ ਕਿ 223 ਪੰਨੇ 'ਤੇ ਸੁਭਾਏਮਾਨ ਹੈ। ਗਵਾਰੇਰੀ ਗੌੜੀ ਇਸ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ 8 ਪਦਾਂ 'ਤੇ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ। ਵਿਚਾਰਨ ਤੋਂ ਪਹਿਲਾਂ ਕਿਰਪਾ ਕਰੋਗੇ ਸਨਮੁਖ ਹੁੰਦਿਆਂ ਹੋਇਆਂ ਬਹੁਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਨੇ ਇਸ ਉਪਦੇਸ਼ ਨੂੰ ਦ੍ਰਿੜ ਕਰਨ ਦਾ ਯਤਨ ਕੀਤਾ ਹੈ, ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰੂ ਕੈ ਉਪਦੇਸ਼। ਜੇ ਅਸੀਂ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਦੇ ਧਾਰਨੀ ਹੋ ਜਾਂਦੇ ਆ ਨਾ, ਉਪਦੇਸ਼ ਨੂੰ ਅਸੀਂ ਦ੍ਰਿੜ ਕਰਕੇ ਜੀਵਨ ਵਿੱਚ ਚੱਲਦੇ ਹਾਂ, ਤਾਂ ਸਾਨੂੰ ਕਿਸੇ ਨਾ ਬਾਹਰ ਅੰਦਰ ਜਾਣ ਆਉਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਬਾਹਰ ਅੰਦਰ ਤੋਂ ਭਾਵ ਕੀ ਹੈ? ਸਤਿਗੁਰਾਂ ਨੇ ਲਿਖਿਆ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ। ਨਾ ਕੋਈ ਭਗਵੇ ਕੱਪੜਿਆਂ ਦੇ ਵਿੱਚ ਹੈ, ਨਾ ਕਿਸੇ ਹੋਰ ਰੰਗ ਦੇ ਮੈਲੇ ਕੁਚੈਲੇ ਵੀ ਅਸੀਂ ਕਹਿ ਸਕਦੇ ਹਾਂ ਕੱਪੜਿਆਂ ਦੇ ਵਿੱਚ ਹੈ। ਲੋਕ ਐਵੇਂ ਕਰਿਆ ਕਰਦੇ ਸਨ ਤਿਆਗੀ ਬਿਰਤੀ ਵਾਲੇ। ਨਾਨਕ ਘਰ ਬੈਠਿਆਂ ਜੋਗ ਪਾਈ ਹੈ। ਕਬੀਰ ਜੀ ਹੋਰਾਂ ਦਾ ਖਿਆਲ ਬਿਲਕੁਲ ਦਰੁਸਤ ਗੁਰੂ ਨਾਨਕ ਸਾਹਿਬ ਜੀ ਨੇ ਦਰਜ ਕੀਤਾ। ਗ੍ਰਹਿ ਤਜ ਬਣ ਖੰਡ ਜਾਈਐ, ਚੁਣ ਖਾਈਐ ਕੰਦਾ, ਪਰ ਅਜਮ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਗੱਲ ਤਾਂ ਸੀ ਵਿਕਾਰਾਂ ਤੋਂ ਬਚਣ ਦੀ, ਵਿਕਾਰਾਂ ਦਾ ਤਿਆਗ ਕਰਨ ਦੀ। ਛੱਡ ਘਰ ਦਿੱਤਾ, ਛੱਡ ਪਰਿਵਾਰ ਦਿੱਤਾ, ਛੱਡ ਸੰਸਾਰ ਦਿੱਤਾ, ਐਸਾ ਯਤਨ ਕੀਤਾ। ਇਹਨਾਂ ਯਤਨਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨਿਆ ਨਹੀਂ ਹੈ। ਅੱਜ ਦਾ ਜਿਹੜਾ ਪਾਵਨ ਵਚਨ ਹੈ ਨਾ, ਉਸ ਦੀਆਂ ਰਹਾਉ ਦੀਆਂ ਪੰਕਤੀਆਂ ਐਸਾ ਜੋਗੀ ਜੁਗਤੀ ਵਿਚਾਰੈ, ਪੰਚ ਮਾਰ ਸਾਚ ਉਰਤਾਰ ਹੈ। ਮੈਂ ਫਿਰ ਸਰਵਣ ਕਰਾਂ। ਐਸਾ ਜੋਗੀ, ਇਸ ਪ੍ਰਕਾਰ ਦਾ ਜੋ ਮਨੁੱਖ ਚੱਲਦਾ ਹੈ, ਜੋਗੀ ਬਣਦਾ ਹੈ, ਜੋਗੀ ਕਹਾਉਂਦਾ ਹੈ। ਕੌਣ? ਜੁਗਤੀ। ਵਿਚਾਰ ਹੈ, ਜੁਗਤੀ ਤੋਂ ਭਾਵ ਹੈ ਢੰਗ। ਜਿਹੜਾ ਇਸ ਪ੍ਰਕਾਰ ਦਾ ਢੰਗ ਇਸ ਜੁਗਤੀ ਨੂੰ ਵਿਚਾਰਦਾ ਹੈ, ਉਹ ਪੰਚ ਮਾਰ, ਪੰਜਾਂ ਨੂੰ ਮਾਰ ਕੇ। ਪੰਜ ਕਿਹੜੇ ਹੋਏ?
ਜਿਨ੍ਹਾਂ ਨੂੰ ਅਸੀਂ ਵਿਕਾਰ ਆਖਦੇ ਹਾਂ। ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਕਾਰਾਂ ਨੂੰ ਮਾਰ ਕੇ ਸਾਚ ਉਰਤਾਰ ਹੈ। ਸਾਚ ਸੱਚ ਆਖਿਆ ਪਰਮੇਸ਼ਰ ਨੂੰ, ਕਰਤਾਰ ਨੂੰ। ਸੱਚ ਕੇਵਲ ਉਹੀ ਹੈ। ਨਾ ਵਿਕਾਰ ਟਿਕਣ ਵਾਲੇ ਨੇ, ਨਾ ਵਿਕਾਰਾਂ 'ਤੇ ਆਧਾਰਿਤ ਜੀਵਨ ਸਾਡਾ ਟਿਕਾਊ ਹੁੰਦਾ ਹੈ। ਉਹ ਵੀ ਡੋਲਦਾ ਹੈ, ਭਟਕਦਾ ਹੈ, ਭਰਮਦਾ ਹੈ। ਲੇਕਿਨ ਜਿਨ੍ਹਾਂ ਹਿਰਦਿਆਂ ਦੇ ਵਿੱਚ ਗੁਰੂ ਸ਼ਬਦ ਦਾ ਗਿਆਨ ਆ ਜਾਂਦਾ ਹੈ, ਸੋਝੀ ਆ ਜਾਂਦੀ ਹੈ, ਉਹ ਪੰਜਾਂ ਨੂੰ ਕੰਟਰੋਲ ਕਰ ਲੈਂਦੇ ਨੇ। ਮਾਰ ਲੈਣਾ, ਕੰਟਰੋਲ ਕਰ ਲੈਣਾ, ਕੰਟਰੋਲ ਕਰ ਲੈਂਦੇ ਨੇ। ਔਰ ਹਿਰਦੇ ਵਿੱਚ ਕੇਵਲ ਕਰਤਾਰ ਦੇ ਨਾਲ ਜੁੜਦੇ ਨੇ, ਭਾਵ ਕਰਤਾਰ ਦੀ ਆਗਿਆ ਦੇ ਅਨੁਸਾਰ। ਉਹ ਵਾਹਿਗੁਰੂ ਜੋ ਆਦਿ ਜੁਗਾਦੀ ਸੱਚ ਹੈ, ਉਸ ਦੇ ਪ੍ਰਤੀ ਸਮਰਪਿਤ ਹੋ ਕੇ, ਜਿਸ ਨੂੰ ਦੂਜੇ ਲਫ਼ਜ਼ਾਂ ਵਿੱਚ ਇਉਂ ਵੀ ਆਖਿਆ ਜਾ ਸਕਦਾ ਹੈ, ਜੋ ਕੁਦਰਤੀ ਜੀਵਨ ਜਿਉਂਦੇ ਨੇ। ਕੁਦਰਤੀ, ਅੱਗੇ ਚੱਲ ਕੇ ਆਪਾਂ ਨਾ ਵਿਚਾਰ ਕਰਦੇ ਹਾਂ। ਕਾਦਰ ਦੀ ਨੇ ਜੋ ਕੁਦਰਤ ਸਾਜੀ ਆਪਣੀ, ਇੱਕ ਐਸੀ ਸ਼ਕਤੀ ਬਣਾਈ ਜਿਸ ਨੇ ਇਹ ਸਾਰਾ ਜਗਤ ਪਸਾਰਾ ਬਣਾਇਆ। ਔਰ ਕੁਦਰਤ ਦੇ ਫਿਰ ਨੇਮ ਨੇ। ਜਿਹੜੇ ਲੋਕ ਨਾ ਇਹਨਾਂ ਨਿਯਮਾਂ ਦਾ ਧਿਆਨ ਰੱਖਦੇ ਨੇ, ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਨੇ, ਬਿਲਕੁਲ ਐਂਡ ਵਿੱਚ ਜਾ ਕੇ 8ਵੇਂ ਪਦ ਵਿੱਚ ਸਤਿਗੁਰਾਂ ਨੇ ਇਹ ਗੱਲ ਵੀ ਆਖ ਦਿੱਤੀ। ਕਹਿਣ ਲੱਗੇ, ਜਪ ਤਪ ਸੰਜਮ ਪਾਠ ਪੁਰਾਨ, ਕਹੋ ਨਾਨਕ ਅਪਰੰਪਰ ਮਾਨ। ਚਲੋ, ਜਿਵੇਂ ਅਸੀਂ ਕਹਿੰਦੇ ਨੇ, ਗੱਲ ਖਤਮ ਕਰ ਦਿੱਤੀ। ਗੱਲ ਖਤਮ ਕਰ ਦਿੱਤੀ। ਕਿਵੇਂ? ਜਿਹੜੇ ਸੱਜਣ, ਜਿਹੜੇ ਪ੍ਰੇਮੀ ਉਸ ਅਪਰੰਪਰ ਨੂੰ ਮੰਨ ਕੇ ਚੱਲਦੇ ਨੇ। ਅਪਰੰਪਰ ਕੌਣ ਹੋਇਆ? ਪਰੇ ਤੋਂ ਪਰੇ, ਅਪਰ ਅਪਾਰ, ਬੇਅੰਤ ਕੌਣ ਹੈ? ਕਰਤਾਰ। ਮਾਣ ਤੋਂ ਕੀ ਭਾਵ ਹੈ? ਇਹ ਨਹੀਂ ਕਿ ਆਈ ਬਿਲੀਵ, ਜਸਟ ਵਿਸ਼ਵਾਸ ਕਰਨ ਵਾਲੀ ਗੱਲ ਨਹੀਂ। ਜਿਹੜੇ ਕਰਤਾਰ ਦੀ ਮੰਨ ਕੇ ਚੱਲਦੇ ਨੇ, ਜਿਹੜੇ ਕਰਤਾਰ ਦੀ ਮੰਨ ਕੇ ਚੱਲਦੇ ਨੇ, ਕਰਤਾਰੀ ਰਜ਼ਾ ਵਿੱਚ ਰਹਿੰਦੇ ਨੇ, ਉਸ ਦੇ ਹੁਕਮ ਨੂੰ ਸਮਝ ਕੇ ਹੁਕਮ ਦੀ ਪਾਲਣਾ ਕਰਦੇ ਨੇ, ਉਹਨਾਂ ਨੂੰ ਕੋਈ ਹੋਰ ਜਪ ਦੀ ਲੋੜ ਨਹੀਂ, ਕਿਸੇ ਹੋਰ ਤਪ ਦੀ ਲੋੜ ਨਹੀਂ, ਕਿਸੇ ਹੋਰ ਸੰਜਮ, ਵੈਰਾਗੀਆਂ ਵਾਲਾ, ਸੰਨਿਆਸੀਆਂ ਵਾਲਿਆਂ, ਜੋਗੀਆਂ ਵਾਲਾ ਸੰਜਮ ਤੋਂ ਅਸੀਂ ਐਂ ਆਪਣੀ ਸ਼ਬਦਾਵਲੀ ਵਰਤ ਸਕਦੇ ਹਾਂ ਗੱਲ ਨੂੰ ਸਮਝਣ ਲਈ। ਮਰਿਆਦਾ, ਕੋਈ ਹੋਰ ਮਰਿਆਦਾ ਦੀ ਲੋੜ ਨਹੀਂ ਹੈ। ਕਿਸੇ ਹੋਰ ਗ੍ਰੰਥ ਦੇ ਪਠਨ ਪਾਠ ਦੀ ਲੋੜ ਨਹੀਂ ਹੈ। ਕਿਹਨਾਂ ਲਈ? ਕਹੋ ਨਾਨਕ ਅਪਰੰਪਰ ਮਾਨ। ਜਿਹੜੇ ਇੱਕ ਕਰਤਾਰ ਦੀ ਮੰਨ ਕੇ ਚੱਲਦੇ ਨੇ, ਇੱਕ ਕਰਤਾਰ ਨਾਲ ਜੁੜਦੇ ਨੇ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ। ਇੱਕ ਵਾਰ ਮੈਂ ਫਿਰ ਤੁਹਾਡਾ ਧਿਆਨ ਰਹਾਉ ਦੀਆਂ ਪੰਕਤੀਆਂ 'ਤੇ ਲਿਆਵਾਂ, ਜਿਹੜੇ ਇਸ ਸ਼ਬਦ ਦਾ ਕੇਂਦਰੀ ਭਾਵ ਸਮੋਈ ਬੈਠੀਆਂ ਨੇ। ਐਸਾ ਉਹ ਪੁਰਸ਼, ਅਜਿਹਾ ਪੁਰਸ਼ ਹੀ ਜੋਗੀ ਹੈ। ਉਸੇ ਨੂੰ ਹੀ ਜੋਗੀ ਕਿਹਾ ਜਾ ਸਕਦਾ ਹੈ। ਜੋਗੀ ਸ਼ਬਦ ਮਾੜਾ ਨਹੀਂ ਹੈ। ਜਿਵੇਂ ਕਿ ਅਕਸਰ ਹੀ ਹੈ ਕਿ ਧਰਮ ਮੁਖੀਆਂ ਨੇ ਜਾਂ ਰਿਸ਼ੀਆਂ ਮੁਨੀਆਂ ਨੇ, ਐਂ ਕਹਿ ਲਈਏ, ਅਸੀਂ ਕਹਿ ਲਈਏ, ਜਿਹੜੇ ਨਾ ਸ਼ਬਦਾਂ ਦੀ ਚੋਣ ਕੀਤੀ, ਸ਼ਬਦ ਮਾੜੇ ਨਹੀਂ ਸਨ। ਜਿਵੇਂ ਹੁਣ ਸਿੱਖ ਦੀ ਗੱਲ ਹੈ, ਸਿੱਖ ਸ਼ਬਦ ਮਾੜਾ ਹੈ, ਪਰ ਸਿੱਖ ਉਹ ਹੈ, ਕਿਤੇ ਮਰਿਆਦਾ ਦੇ ਨਾ ਆਰੰਭ ਵਿੱਚ ਹੀ ਪੜ੍ਹ ਕੇ ਤੁਸਾਂ ਨੇ ਦੇਖਣਾ, ਜੋ ਇਸਤਰੀ ਪੁਰਸ਼, ਭਾਵੇਂ ਇਸਤਰੀ ਹੈ ਤੇ ਭਾਵੇਂ ਪੁਰਸ਼ ਹੈ, ਜਿਹੜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਨਾਂ ਦੀ ਬਾਣੀ ਅਤੇ ਸਿੱਖਿਆ ਨੂੰ ਮੰਨਦਾ ਹੈ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ 'ਤੇ ਵਿਸ਼ਵਾਸ ਕਰਦਾ ਹੈ, ਉਹ ਸਿੱਖ ਹੈ। ਜਿਹੜਾ ਬਾਣੀ ਨੂੰ ਮੰਨਦਾ ਹੈ। ਦਸ਼ਮੇਸ਼ ਜੀ ਦੇ ਖੰਡੇ ਦੀ ਪੌੜ 'ਤੇ, ਅੰਮ੍ਰਿਤ 'ਤੇ ਜੋ ਵਿਸ਼ਵਾਸ ਰੱਖਦਾ ਹੈ। ਉਹਨੇ ਆਖਿਆ ਨਾ, ਭਾਈ ਸਾਹਿਬ ਹੋਰਾਂ ਨੇ, ਖੰਡੇ ਦੀ ਪੌੜ ਤਿਆਰ ਹੋਣੀ ਹੈ, ਹੋ ਰਹੀ ਹੈ, ਅਤੇ ਤੁਸੀਂ ਭਾਈ ਅੰਮ੍ਰਿਤ ਛਕੋ।
ਹੁਣ ਨਾ ਅੱਜ ਕੱਲ੍ਹ ਸ਼ਬਦ ਸਾਡੇ ਵਿੱਚ ਅਕਸਰ ਹੀ ਇਹ ਤੁਰ ਪਿਆ, ਗੁਰੂ ਵਾਲੇ ਬਣੋ। ਜਦੋਂ ਅਸੀਂ ਮਰਿਆਦਾ ਨੂੰ ਧਿਆਨ ਨਾਲ ਪੜ੍ਹਾਂਗੇ, ਵਿਚਾਰਾਂਗੇ ਨਾ, ਤੇ ਗੁਰੂ ਵਾਲੇ ਬਣਨ ਵਾਲਾ ਇਹ ਟਰਮ ਨਹੀਂ ਦਰੁਸਤ ਹੈ। ਪੰਥ ਵਿੱਚ ਸ਼ਾਮਲ ਹੋਵੋ, ਇਹ ਹੈ ਬਾਤ। ਗੁਰੂ ਵਾਲੇ ਤਾਂ ਹੁਣ ਅਨੇਕਾਂ ਨੇ। ਅੱਜ ਵੀ ਮੇਰੇ ਸਨਮੁਖ, ਤੁਸੀਂ ਮੇਰੇ ਸਨਮੁਖ ਜਾਂ ਪਿਛਲੇ ਪਾਸੇ ਜਿਤਨੇ ਬੈਠੇ ਹੋ ਭੈਣਾਂ ਭਾਈ, ਕਿ ਸਾਰੇ ਤੁਸੀਂ ਖੰਡੇ ਦੀ ਪੌਲ ਦੇ ਧਾਰਨੀ ਹੈਗੇ ਹੋ? ਜੇ ਖੰਡੇ ਦੀ ਪੌਲ ਦੇ ਧਾਰਨੀ ਨਹੀਂ ਹੋ, ਪਰ ਤੁਸੀਂ ਸਿੱਖਾਂ ਦੇ ਘਰਾਂ ਵਿੱਚ ਜਨਮ ਲਿਆ ਹੈ, ਫਰੋਮ ਦੀ ਵੈਰੀ ਬਿਗਨਿੰਗ ਤੁਸੀਂ ਸਿੱਖ ਟਰਡੀਸ਼ਨ ਦੇ ਅਨੁਸਾਰ ਚੱਲੇ ਹੋ, ਤੁਹਾਡੀ ਪਾਲਣਾ ਪੋਸ਼ਣਾ ਉਵੇਂ ਕੀਤੀ ਗਈ ਹੈ, ਬਾਣੀ ਤੁਸੀਂ ਪੜ੍ਹਦੇ ਹੋ, ਕਿਸੇ ਹੋਰ ਸਥਾਨ 'ਤੇ ਜਾਂਦੇ ਨਹੀਂ, ਕਿਤੇ ਮੱਥੇ ਨਹੀਂ ਟੇਕਦੇ, ਕੁਛ ਨਹੀਂ ਕਰਦੇ ਐਸੇ, ਤਾਂ ਫਿਰ ਅਸੀਂ ਕੀ ਹਾਂ? ਅਸੀਂ ਸਿੱਖ ਨਹੀਂ ਹਾਂ। ਅਸੀਂ ਸਿੱਖ ਹਾਂ, ਸਾਨੂੰ ਸਿੱਖ ਹੀ ਕਾਊਂਟ ਕੀਤਾ ਜਾਏਗਾ। ਇਸ ਵਿੱਚ ਦੂਜੀ ਕੋਈ ਬਾਤ ਨਹੀਂ ਹੈ। ਫਿਰ ਗੁਰੂ ਵਾਲੇ ਬਣਨਾ ਕੀ ਹੋਇਆ? ਮੈਂ ਜਦੋਂ ਨਾ ਇਸ ਟਰਮ ਦੀ ਘੋਖ ਕਰਨ ਦਾ ਯਤਨ ਕਰਦਾ ਤੇ ਮੇਰੇ ਸਾਹਮਣੇ ਐਂ ਭੇਦ ਖੁੱਲ੍ਹਦਾ ਹੈ, ਅਸਲ ਵਿੱਚ ਨਾ ਸਾਡੇ ਅੰਦਰ ਕਮਜ਼ੋਰੀਆਂ ਆ ਗਈਆਂ। ਅਸੀਂ ਇਹ ਸਮਝ ਲਿਆ ਅਸੀਂ ਬਾਣੀ ਅਨੁਸਾਰ ਚੱਲੀਏ ਭਾਵੇਂ ਨਾ ਚੱਲੀਏ, ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ਭਾਵੇਂ ਨਾ ਮੰਨੀਏ, ਮੱਥਾ ਟੇਕੀ ਜਾਈਏ, ਚੱਲੀਏ ਅਸੀਂ ਆਪਣੀ ਮਰਜ਼ੀ ਨਾਲ, ਤਾਂ ਅਸੀਂ ਸਿੱਖ ਹੀ ਸਿੱਖ ਹਾਂ। ਅਸੀਂ ਨਾ ਇੱਕ ਇਹੋ ਜਿਹਾ ਭਰਮ ਜਿਹਾ ਪਾਲ ਲਿਆ। ਆਪਾਂ ਅੱਗੇ ਵੀ ਵਿਚਾਰਾਂ ਕੀਤੀਆਂ ਸੀ, ਫਿਰ ਤੁਸੀਂ ਆਪ ਗੰਭੀਰਤਾ ਨਾਲ ਵਿਚਾਰਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਕਹਾਉਣ ਵਾਲਾ ਸਾਬਤ ਸੂਰਤ ਹੋਵੇਗਾ। ਸਿੱਖੀ ਦਾ ਫਸਟ ਸਟੈਪ ਹੈ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦਾ ਹੈ ਤਾਂ ਫਿਰ ਪ੍ਰਣ ਇਹ ਵੀ ਕਰਦਾ ਹੈ ਕਿ ਮੈਂ ਗੁਰਮਤ ਅਨੁਸਾਰ ਚੱਲਾਂਗਾ, ਤੇ ਗੁਰਮਤ ਦਾ ਅੰਗ ਹੈ, ਹਿੱਸਾ ਹੈ। ਕੇਸਾ ਤਾਰੀ ਹੋਣਾ, ਸਾਬਤ ਸੂਰਤ ਰਹਿਣਾ, ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਜਾਗਣਾ। ਹਾਂਜੀ ਹੈ ਨਾ। ਔਰ ਗੱਲ ਇੰਨੀ ਨਹੀਂ ਹੈ ਵੀ ਕੇਸਾ ਧਾਰੀ ਹੋਣਾ ਹੀ ਕਛਹਿਰਾ ਪਹਿਨ ਸਕਦਾ ਹੈ, ਕਿਰਪਾਨ ਧਾਰਨ ਕਰ ਸਕਦਾ ਹੈ, ਕੇਸਾਂ ਵਿੱਚ ਕੰਘਾ ਰੱਖਣਾ ਹੈ, ਹੱਥ ਵਿੱਚ ਕੜਾ ਪਾਉਣਾ ਹੈ। ਖੰਡੇ ਦੀ ਪੌਲ ਅਜੇ ਨਹੀਂ ਲਈ, ਪਰ ਸਿੱਖ ਹੋਇਆ ਕਿ ਨਾ ਹੋਇਆ? ਪਰ ਸਾਡੇ ਅੰਦਰ ਨਾ ਕਮਜ਼ੋਰੀਆਂ ਆ ਗਈਆਂ, ਵਿਗਾੜ ਆ ਗਏ। ਔਰ ਇੱਥੋਂ ਤੱਕ ਵਿਗਾੜ ਆ ਗਏ, ਅਸੀਂ ਸਮਝਣ ਲੱਗ ਪਏ ਬਈ ਸਵੇਰੇ ਅੰਮ੍ਰਿਤ ਵੇਲੇ ਜਾਗਣਾ ਤਾਂ ਅੰਮ੍ਰਿਤਧਾਰੀਆਂ ਦਾ ਹੀ ਕੰਮ ਹੁੰਦਾ, ਸਿਰਫ ਉਹਨਾਂ ਵਾਸਤੇ ਜ਼ਰੂਰੀ ਹੈ। ਬਾਣੀ ਪੜ੍ਹਨੀ ਉਹਨਾਂ ਵਾਸਤੇ ਜ਼ਰੂਰੀ ਹੈ, ਕਿਰਪਾਨ ਪਾਉਣੀ ਉਹਨਾਂ ਵਾਸਤੇ ਜ਼ਰੂਰੀ ਹੈ। ਅਸੀਂ ਐਂ ਸਮਝਣ ਲੱਗ ਪਏ। ਫਿਰ ਗੁਰੂ ਵਾਲੇ ਕੀ ਰਹਿ ਗਏ? ਅਸੀਂ ਮੱਥਾ ਟੇਕਣ ਵਾਲੇ ਰਹਿ ਗਏ ਨਾ, ਗੁਰੂ ਵਾਲੇ ਨਾ ਰਹੇ। ਗੁਰੂ ਵਾਲੇ ਨਾ ਰਹੇ, ਗੁਰੂ ਵਾਲੇ ਹੋ ਕੇ ਵੀ ਅਸੀਂ ਗੁਰੂ ਵਾਲੇ ਨਾ ਰਹੇ। ਜਦੋਂ ਗੁਰੂ ਕੀ ਮੰਨੀ ਨਹੀਂ ਤਾਂ ਫਿਰ ਸਾਡੇ ਬਜ਼ੁਰਗਾਂ ਨੇ ਇਹ ਟਰਮ ਲੈ ਲਈ, ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ। ਵਾਹਿਗੁਰੂ, ਪਤਾ ਨਹੀਂ ਅੰਮ੍ਰਿਤ ਛਕ ਕੇ ਵੀ ਸਾਰੇ ਗੁਰੂ ਵਾਲੇ ਬਣਦੇ ਨੇ ਕਿ ਵਿੱਚੋਂ ਸਿੜਕੇ ਫਿਰਦੇ ਨੇ। ਐਸੀ ਵੀ ਗੱਲ ਹੋ ਜਾਂਦੀ ਹੈ, ਦੇਖਿਆ ਜਾਂਦਾ ਹੈ। ਖੈਰ, ਮੈਂ ਗੱਲ ਜੋਗੀਆਂ ਦੀ ਕਰ ਰਿਹਾ ਸਾਂ। ਨਾਉ ਮਾੜੇ ਨਹੀਂ ਹੈ। ਜੋਗੀ ਸ਼ਬਦ ਦਾ ਅਰਥ ਹੈ ਜੋ ਜੁੜਿਆ ਹੋਇਆ ਹੈ। ਕਿਸ ਨਾਲ ਜੁੜਿਆ ਹੋਇਆ ਹੈ? ਕਰਤਾਰ ਦੇ ਨਾਲ ਜੁੜਿਆ ਹੋਇਆ ਹੈ। ਜੋਗ ਸ਼ਬਦ ਹੁੰਦਾ ਹੈ ਜੁੜਨਾ, ਜੋਗੀ ਹੁੰਦਾ ਹੈ ਜੁੜਿਆ ਹੋਇਆ। ਕੌਣ ਜੁੜਿਆ ਹੋਇਆ ਹੈ? ਕੰਨ ਪੜਵਾ ਕੇ ਮੁੰਦਰਾ ਪਾਉਣ ਵਾਲਾ। ਕੌਣ ਜੁੜਿਆ ਹੋਇਆ ਗਲ ਵਿੱਚ ਆਪਣੇ ਸਿਰ ਤੇ ਜਟਾਵਾਂ ਰੱਖਣ ਵਾਲਾ? ਕੌਣ ਜੁੜਿਆ ਹੋਇਆ ਆਪਣੇ ਸਰੀਰ ਤੇ ਵਿਭੂਤੀ ਰਮਾਉਣ ਵਾਲਾ, ਸੁਆਹ ਮਲਣ ਵਾਲਾ, ਜਾਂ ਕਿਤੇ ਭਗਵੇ ਭੇਖ ਕਰਨ ਵਾਲਾ, ਜਾਂ ਚਿੱਟੇ ਭੇਖ ਕਰਨ ਵਾਲਾ, ਜਾਂ ਨੰਗ ਧੜੰਗਾ ਰਹਿਣ ਵਾਲਾ? ਇਹ ਨਿਸ਼ਾਨੀਆਂ ਨੇ। ਜੇ ਕਿਸੇ ਦੀਆਂ, ਜੋਗੀ ਕਹਾਉਣ ਵਾਲੇ ਦੀਆਂ ਇਹ ਨਿਸ਼ਾਨੀਆਂ ਹੋਣ ਤੇ ਪਈਆਂ ਹੋਣ, ਪਰ ਗੁਰੂ ਕਿਆਂ ਦੀਆਂ ਇਹ ਨਿਸ਼ਾਨੀਆਂ ਨਹੀਂ ਹਨ। ਗੁਰੂ ਸਾਹਿਬ ਤਾਂ ਉਹਨਾਂ ਜੋਗੀਆਂ ਨੂੰ ਵੀ ਜਾ ਜਾ ਕੇ ਸਮਝਾਇਆ। ਕਈ ਵਾਰੀ ਸੁਮੇਰ ਪਰਬਤ 'ਤੇ ਵੀ ਜਾਣਾ ਪਿਆ। ਨਾਨਕ ਮੱਤਾ ਸਾਹਿਬ ਸਥਾਨ ਹੈ, ਉੱਥੇ ਜਾਣਾ ਪਿਆ, ਉੱਥੇ ਚਰਚਾ ਹੋਈਆਂ। ਅਚਲ ਬਟਾਲਾ ਹੈ, ਅਚਲ ਸਾਹਿਬ ਵਿਚਾਰਾਂ ਹੋਈਆਂ। ਥਾਂ ਥਾਂ 'ਤੇ, ਥਾਂ ਥਾਂ 'ਤੇ। ਅਸੀਂ ਕੱਲ੍ਹ ਵੀ ਵਿਚਾਰਾਂ ਕਰ ਰਹੇ ਸਾਂ ਰਾਮੇਸ਼ਵਰਨ ਦੇ ਸਥਾਨ 'ਤੇ ਜੋਗੀ ਮੱਲ ਖੜੋਤੇ। ਇਹ ਸਾਰੇ ਇਲਾਕੇ ਵਿੱਚ, ਸਾਰੇ ਭਾਰਤ ਵਿੱਚ, ਨਾਰਥ ਅਤੇ ਸਾਊਥ ਦੇ ਵਿੱਚ ਉਹਨਾਂ ਦਾ ਬੜਾ ਬੋਲਬਾਲਾ ਸੀ। ਪਰ ਗੁਰੂ ਸਾਹਿਬ ਨੇ ਸਮਝਾਇਆ ਇਹ ਕੋਈ ਜੋਗ ਨਹੀਂ ਹੈ ਜਿਹੜਾ ਤੁਸੀਂ ਲਈ ਫਿਰਦੇ ਹੋ ਐਵੇਂ। ਜੋਗੀ ਉਹ ਹੈ ਜੋ ਕਰਤਾਰ ਦੇ ਨਾਲ ਜੁੜਿਆ ਹੋਇਆ ਹੈ। ਵਾਹਿਗੁਰੂ,
और हजूर ने फिर अज समझाया प्यार नूं, ऐसा जोगी जुगत विचार है। जोगी आम तौर पर शादी नहीं करवाते सन, आम तौर पर छड़िए कह लीए कि 99% ਜਿਹੜੇ जोगी सन वो शादी नहीं करवाते सन। जिस वेले शादी करवा लेंदे सन, जे किते ਉਹ जी गल बन जाती सी तो फिर जोग मत नूं तलांजलि दे देंदे सन। हुण असी वी आर नो जोगी एनी मोर। तुसां ने याद होएगा गुरु नानक साहब ने जिस वेले वो सवाल करता है बड़े कोझे ਜਿਹੇ शब्दों में, तेरी माँ को चज्जी आई, ये की कीता? तुसां ने पुट्ठा काम चला लिया सारा। पहला तुसां ने होए अतीत गृष्ट ताज वाहिगुरू, ये तो गुरु नानक साहब सच्चे पातशाह ने आख्या ना। उन्होंने भंगर नाथ ने कुछ शब्दों के विच आख्या कि तुसां ने पहला गृष्ट नूं छड्डिया ते गृष्ट नूं छड्ड के ते बन गए तुसीं प्रचारक बन गए। वो फिर उदासी आखदे सन, तुसीं उदासी हो गए, त्यागी हो गए, ते हुण फिर तुसीं मंजियां मल के बैठ गए। फिर तुसां ने ये लिबास सारा पा लिया जिवें सानूं तुसीं दस्सिआ भी असीं करतारपुर बद्धा है तो उत्थे संगतां जुड़दियां ने ते असीं उवें विचरदे हां। उन्होंने अचल बटाले बैठिया हुए कुछ शब्दों के नाल सतगुरु महाराज नूं आखिया, तो सतगुरां ने फिर बड़ी स्पष्ट जी भाषा दे विच उन्हां दे नाल गल समझाई। उन्होंने कहते तुसीं गल ही नहीं समझते। माँ मदर नूं नहीं आखिया, जन्मदाती नूं नहीं आखिया। इत्थे चेता रखना, कुछ लोग ना जान बुझ के भड़काउण वास्ते अजे लफ्ज़ों की चोण कर लेंदे ने। जदों असीं भाव नहीं समझते तो केवल लफ्ज़ों के अर्थ लैके चलते हैं। इत्थे माँ तो भाव है बुद्धि, तेरी मत। जिवें असीं आम तौर पर कहते तेरी मत मारी हुई है। मत मारी का की भाव है? तू ठीक नहीं सोच रहा, तेरी विचारधारा ठीक नहीं है, गंभीरता नाल तू गल नूं नहीं लै रहा, तेरी मत मारी हुई है। हजूर ने आख्या, भाई गुरदास जी फिर नोट करते हैं, तेरी माँ कुचज्जी आई भांडा धोए न जाते हो, भाए कुचज्जी फुल सड़ाई होए अतीत गृष्ट अज, फिर उन्हों के घर मंगण जाई। पहला तुसां ने घर बाहर छड्डिया तो फिर पेट पालना दे वास्ते फिर तुसीं गृष्तियां अगे जाके ठूठा लैके खड़ो जाते हो, खप्पर लैके खड़ो जाते हो। तो फिर गृष्ती चंगे होए कि तुसीं चंगे होए? ये काहदा जोग होया? सतगुरां ने ना इयों प्यार नाल समझाया, घर क्यों छड्डदे हो? अगली बात, असी विकारां तो बच जाइए। सतगुरां ने महाराज ने बहुत सारे शब्द सानूं मिलते हैं। यह शब्द असी अक्सर ही सुनते पढ़ते हैं। जोग न डंडा है, जोग न पसम चढ़ाई है, जोग न मुंदी मूंड मुनाया है, जोग न सिंगी माई है, अंजन माहे निरंजन रही है, जोग जुगत एव पाई है, गल्ली जोग न होई, एक दृष्ट कर समसर जाने, जोगी कही है सोई, जोग न बाहर मड़ी मसाणी, जोग न ताड़ी लाई है, जोग न देश देशंतर पवे है, जोग न तीर्थ नाई है। इत्यादि ना बड़े शब्द हैं, बहुत सारे। मकसद की सी इन्हां लोगों का? असी काम तो बच जाइए, क्रोध तो बच जाइए, लोभ मोह ते हंकार तो बच जाइए। मैंने संखेपता दे नाल कहना होएगा, करतार ने जितने शरीर पैदा किए ने, उन्होंने सारे शरीरों के विच कुछ जज्बे पैदा किए ने, वलवले पैदा किए ने, शक्तियां पैदा कीतियां ने सारियां विच। कोई गोरा है, कोई काला है, कोई अमीर है, कोई गरीब है, कोई भी होवे, भावें कोई किते भी जमिया है, स्त्री विच पुरुष विच सबना विच। जिसनों काम आख्या गया ना, ये उचारी, ये उलारू बिरती का नाम है। जिस वेले साडी बिरती उलारू हो जाती है, उलारू नूं असीं कहंदे ने इंबैलेंस हो जाती है। जे ये जज्बा ना होवे तो संसार चल ही नहीं सकता। संसार चलेगा? नहीं चल सकता। और तुसी होर गल ध्यान रखनी, जे किसी गृहस्थ का त्याग धर्म होवे तो श्री गुरु ग्रंथ साहिब की हजूरी दे विच आनंद कारज किया जाता, इत्थे धर्म की मोहर लाई जाती। और असी समझते नहीं सारे,
जिस वेले साडी धी सियाणी हो जाती है असीं उहदा आनंद कारज करवाउणा चाहुंदे हां, जिस वेले साडा पुत्तर सियाणा हो जाता है असीं आनंद कारज करवाउणा चाहुंदे हां, क्योंकि असीं समझदे हां ये बच्चे हुण सियाणे हो गए ने, अगां करतार इन्हां दे घरां नूं भाग लावे, है ना। धर्म की मोहर लगी। पर जिस वेले ये बिरती उलारू हो जाती है फिर बंदा भटक जाता है। भटकण दे विच पिया होया मनुख कामी कहाउंदा है, भटकण विच पिया होया, गृहस्थी नहीं, भटकण विच पिया होया। क्रोध दा मूल जो है रोह होना, अंदर रोह होना। रोह तो बिना तुसी अपने जो कुछ तुहाडे पास है उसकी संभाल नहीं कर सकते। सानू अपनी शख्सियत की राखी करन दी जरूरत हुंदी है, लेकिन जदों बंदे एवें ही घर दे विच ना अपनी अखां विचों चंगियाड़े छड्डदे फिरदे होण, वो फिर हुंदा है क्रोध, क्रोधी। और क्रोध दे अधीन होया होया संस्कृति दे ਇਹ श्लोक सारे पढ़ के तुसी देखियो जी किवें सतगुरु महाराज कदंच करुणा ना उपरजते, फिर आयों कह के गल करते हैं, दया रह ही नहीं जाती बंदियां दे अंदर, वो क्रोध है। जद तक असी उद्यम नहीं करते, अगेन एंड अगेन असी वार 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 उद्यम नहीं करते, असी किरत नहीं करते, हड्ड भन्नवी मेहनत नहीं करते, कमाई नहीं करते, असी अपने परिवार की ठीक पालना पोषणा नहीं कर सकते। ਇਹ ਸਿੱਖਾਂ ਦੀ ਬਿਰਤੀ ਹੈ ਜਿਹੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੀ ਕਿ ਤੁਸੀਂ ਨਾ ਦਸਾਂ ਨੌਂ ਦੀ ਕਿਰਤ ਕਰੋ, ਕਿਰਤ ਕਰੋਗੇ ਤੇ ਆਪਣੇ ਹੱਥਾਂ ਦੇ ਵਿੱਚੋਂ ਕੁਝ ਸੇਵਾ ਕਰ ਸਕੋਗੇ ਨਾ, ਦੇ ਸਕੋਗੇ। ਲੰਗਰ ਕਿਵੇਂ ਚੱਲਦੇ ਪਏ ਨੇ, ਕਿਸੇ ਹੋਰ ਦੇ ਕਿਉਂ ਨਹੀਂ ਚੱਲਦੇ ਪਏ। ਔਰ ਮੈਨੂੰ ਕਦੀ ਕਦੀ ਨਾ ਐਂ ਵੀ ਮਹਿਸੂਸ ਹੁੰਦਾ ਹੈ ਕਿ ਅਸੀਂ कभी शायद उलारू जिहा नहीं हो जाते जदों असी ना मुफ्त दीयां गल्लां करते हैं, सिखां नूं मुफ्त दित्ती जाओ, सिखां नूं मुफ्त दित्ती जाओ, इन्हां नूं मुफ्त खोरे बना दिओ। तुसीं मुफ्त खोरे ना बनाओ सिखां नूं, ना। गुरु साहब ने सिखां नूं मुफ्त खोरे नहीं पैदा कीता, दसां नौआं दी किरत करन वालियां नूं पैदा कीता है। लेकिन किरत करन वाला इन्ना ही उस पासे रुझ जावे, नितनेम करन दा ही समा ना उहदा बनदा होवे, संगत करन दा ही समा ना बनदा होवे, करतार नाल जुड़ के बैठ ही ना सकदा होवे, वो किरत की रही, वो तो लालच बन गया सारा। फिर आखिया पातशाह ने नहीं, साहस खट्टे लख को उठता होवे तृप्त न आवे, माया पाछे पावे वाहिगुरू। नहीं बंदा रचदा, नहीं बंदा रचदा, फिर लालच हो गया। इसे तरह आ गया मोह। मोह सानू परिवार दे विच ना इसनूं आख्या जांदा एक अटैचमेंट, एक दूजे दे नाल ना स्नेह रखना, नेह रखना। जे तां ये गल बनी रहे प्यार दे नाल, ये मेरी भैन है, आख्या जांदा सी सहोदरी, जिस उदर तो मैं जन्म लिया उस उदर तो पेट तो इसने जन्म लिया, ये मेरी भैन है, ए मेरा सहोदर भरा है, ए मेरा पुत्र है, ए मेरी पुत्री है, ए मेरी पत्नी है, ए मेरी माँ है, आद मेरे हितू ने, मैं इन्हां दा हितू होना है, असी एक दूजे की मदद करनी है। फैमिली साडी स्मॉल यूनिट है एक, ये तो गल सारी ठीक है, प्रवान है। पर जदों असी प्यार तो थिड़क के ना मोह वाले बन जाते हैं, तो परिवारक मोह दे विच फिर पता कितना नुकसान होता है। जिन्हां बंदियां नूं सिर्फ अपना परिवार ही परिवार नज़र आउंदा है, मैं नज़र आउंदा, मेरी नज़र आउंदी है, पुत्र नज़र आउंदा है, धी नज़र आउंदी है, संसार बाकी नज़र ही नहीं आउंदा, बाकी सारे भैन टट्ठे कूच। किसी की धी रोंदी तो पई रोवे, किसी के न्याणे विलकते ने तो पै विलकण। मेरे न्याणे दे अगे, मेरे पुत्र दे अगे सारा कुछ होना चाहिए है, मेरी धी दे अगे सारा कुछ होना चाहिए है। इस मोह नूं नहीं परवाणिया गया। और इसे प्रकार अहंकार, देखो सैल्फ कॉन्फिडेंस होना, अपने आप से विश्वास होना, जिन्होंने स्वै विश्वास कहा जाता है, ये होना चाहिए है, क्यों नहीं होना चाहिए। लेकिन प्राउड हो जाना,
ਪ੍ਰਾਊਡ ਹੈਥ ਫਾਲ, ਜਿਹੜਾ ਹੰਕਾਰਿਆ ਮਾਰਿਆ। ਜਿਸ ਵੇਲੇ ਅਸੀਂ ਭਟਕਣ ਵਿੱਚ ਪੈ ਜਾਂਦੇ ਹਾਂ, ਹੁਣ ਤੁਸੀਂ ਦੇਖਣਾ, ਜੇ ਉਹ ਮੋਹ ਦਾ ਮੁੱਢਲਾ ਭਾਵ ਸਾਡੇ ਅੰਦਰ ਨਾ ਹੋਵੇ, ਕਾਮ ਦਾ ਮੁੱਢਲਾ ਭਾਵ ਸਾਡੇ ਅੰਦਰ ਨਾ ਹੋਵੇ, ਤਾਂ ਪਰਿਵਾਰ ਚੱਲ ਸਕਦੇ ਨੇ? ਕਿਵੇਂ ਚੱਲੇਗਾ ਕੁਛ? ਲੇਕਿਨ ਜਿਸ ਵੇਲੇ ਨਾ ਅਸੀਂ ਠੀਕ ਆਪਣੇ ਬੈਲੈਂਸ ਨੂੰ ਨਹੀਂ ਰੱਖ ਸਕਦੇ, ਸੰਜਮ ਨੂੰ ਨਹੀਂ ਰੱਖ ਸਕਦੇ, ਅਸੀਂ ਮਰਿਆਦਾ ਨੂੰ ਨਹੀਂ ਰੱਖ ਸਕਦੇ, ਪਰਿਵਾਰ ਦੀ ਮਰਿਆਦਾ ਕੀ ਹੈ, ਪਤੀ ਪਤਨੀ ਦੀ ਮਰਿਆਦਾ ਨਹੀਂ ਰੱਖ ਸਕਦੇ, ਪਤੀ ਪਤਨੀ ਦੇ ਸੰਬੰਧਾਂ ਦੀ ਮਰਿਆਦਾ ਨਹੀਂ ਰੱਖ ਸਕਦੇ, ਫਿਰ ਸਭ ਕੁਝ ਡਿਸਟਰਕਟਿਵ ਹੋ ਜਾਂਦਾ ਹੈ, ਸਭ ਕੁਝ ਮਾੜਾ ਹੋ ਜਾਂਦਾ ਹੈ, ਸਭ ਕੁਝ ਗਲਤ ਹੋ ਜਾਂਦਾ ਹੈ। ਅੱਗੇ ਚੱਲੀਏ, ਥੋੜ੍ਹੇ ਜਿਹੇ ਆਪਾਂ ਅਰਥ ਕਰੀਏ, ਫਿਰ ਮੈਂ ਇਤਿਹਾਸ ਦਾ ਮੇਰੇ ਧਿਆਨ ਵਿੱਚ ਹੈ, ਮੈਂ ਕੁਛ ਕਹਿਣਾ ਚਾਹੁੰਦਾ ਸਾਂ। ਇਸ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਅਧਿਆਤਮ ਕਰਮ ਕਰੇ ਤਾਂ ਸਾਚਾ। ਇੱਥੋਂ ਗੱਲ ਸ਼ੁਰੂ ਕੀਤੀ ਗੁਰੂ ਨਾਨਕ ਸਾਹਿਬ ਨੇ, ਵਿਆਖਿਆ ਕੀਤੀ ਇਸ ਰਹਾਉ ਦੀਆਂ, ਇਹਨਾਂ ਰਹਾਉ ਦੀਆਂ ਪੰਕਤੀਆਂ ਦੀ। ਬੰਦਾ ਉਹ ਸਾਚਾ ਹੁੰਦਾ ਹੈ, ਸਾਚਾ ਤੋਂ ਭਾਵ ਹੁੰਦਾ ਹੈ ਅਡੋਲ, ਥਿੜਕਦਾ ਨਹੀਂ, ਭਟਕਦਾ ਨਹੀਂ। ਕੌਣ? ਅਧਿਆਤਮ ਕਰਮ ਕਰੇ, ਜਿਹੜਾ ਆਪਣੀ ਆਤਮਾ ਦੇ ਨਾਲ ਜੁੜਿਆ। ਅਧਿਆਤਮ ਤੋਂ ਭਾਵ ਹੁੰਦਾ ਹੈ ਆਤਮਾ, ਅੰਤਰ ਆਤਮੇ ਜੁੜਿਆ ਹੋਇਆ ਹੈ। ਮੈਂ ਹੁਣੇ ਬੇਨਤੀ ਕੀਤੀ ਹੈ ਨਾ, ਚੌਂਕੜਾ ਮਾਰ ਕੇ ਬਹਿ ਹੀ ਨਾ ਸਕੇ, ਇੱਕੋ ਗੱਲ ਦੀ ਰਾਟੀ ਲਾਈ ਜਾਵੇ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸਾਡੇ ਇੱਕ ਬਜ਼ੁਰਗ ਨੇ, ਇੱਕ ਲੀਡਰ ਨੇ ਬਹੁਤ ਸੁੰਦਰ ਅਰਥ ਕੀਤੇ ਦਿੱਤੇ। ਕਹਿੰਦੇ ਨੇ, ਨਾਮਦੇਵ ਜੀ ਹੋਰਾਂ ਨੇ ਅਸਲ 'ਚ ਆਖਿਆ ਕੁਝ ਹੋਰ ਸੀ, ਕਿ ਤੁਹਾਡਾ ਨਾਂ ਸਭ ਕੰਮ ਕਰਦਿਆਂ ਹੋਇਆਂ ਕਰਤਾਰ ਦੇ ਨਾਲ ਚਿੱਤ ਜੁੜਿਆ ਹੋਇਆ ਹੋਵੇ, ਤਾਂ ਕਿ ਤੁਸੀਂ ਗਲਤ ਸੋਚੋ ਨਾ, ਗਲਤ ਵਿਚਾਰੋ ਨਾ, ਗਲਤ ਬੋਲੋ ਨਾ, ਗਲਤ ਕਰੋ ਨਾ। ਇਹ ਗੱਲ ਸੀ। ਕਹਿੰਦੇ ਅਸੀਂ ਹੁਣ ਜਪਜੀ ਸਾਹਿਬ ਵੀ ਕਰਨਾ ਚਾਹੁੰਦੇ ਹਾਂ, ਉਹ ਵੀ ਕੰਮ ਕਰਦਿਆਂ ਹੋਇਆਂ। ਅਸੀਂ ਜਾਪ ਦਾ ਪਾਠ ਵੀ ਕਰਨਾ ਚਾਹੁੰਦੇ ਹਾਂ, ਉਹ ਵੀ ਕੰਮ ਕਰਦਿਆਂ ਹੋਇਆਂ। ਅਸੀਂ ਰਹਿ ਰਸ ਦਾ ਪਾਠ ਕਰਨਾ ਚਾਹੁੰਦੇ ਹਾਂ, ਉਹ ਵੀ ਅਸੀਂ ਕੰਮ ਕਰਦਿਆਂ ਹੋਇਆਂ ਕਰਨਾ ਚਾਹੁੰਦੇ ਹਾਂ। ਹਾਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਨਾਲ ਅਸੀਂ ਅਰਥਾਂ ਨੂੰ ਹੋਰ ਰੂਪ ਦੇ ਵਿੱਚ ਲੈ ਲਿਆ। ਚੌਂਕੜਾ ਮਾਰ ਕੇ ਬੈਠਣਾ, ਇਕਾਗਰ ਚਿੱਤ ਹੋਣਾ, ਆਪਣੇ ਅੰਦਰ ਝਾਤ ਪਾਉਣੀ, ਇਹ ਕਦੋਂ ਕਰਨਾ ਹੈ ਅਸਾਂ ਨੇ? ਇਹ ਕਦੋਂ ਕਰਨਾ ਹੈ? ਇਹ ਠੀਕ ਹੈ, ਮਾਰਗ ਚਲਤ ਹਰੇ ਹਰ ਗਾਈਐ। ਅਸੀਂ ਨਾ ਜ਼ਬਾਨੀ ਗਾਉਣ ਨੂੰ ਇਹ ਅਰਥ ਲੈ ਕੇ ਚੱਲੇ, ਅਸਲ 'ਚ ਇਹ ਗਾਉਣ ਦਾ ਭਾਵ ਹੈ ਅੰਦਰ ਹਰੀ ਨੂੰ ਲੈ ਕੇ ਚੱਲਣਾ। ਅਸੀਂ ਜੀਵਨ ਚਾਲ 'ਚ ਕਦੀ ਵੀ ਥੜਕੀਏ ਨਾ। ਪਰ ਉਹ ਕੌਣ ਕਰੇਗਾ? ਜੋ ਅਧਿਆਤਮੀ ਹੈ, ਜੋ ਅੰਤਰ ਆਤਮੇ ਕਰਤਾਰ ਨਾਲ ਸਾਂਝ ਪਾ ਕੇ ਬੈਠਾ ਹੋਇਆ ਹੈ। ਜਿਸ ਨੇ ਅੰਦਰ ਸਾਂਝ ਨਹੀਂ ਪਾਈ, ਮੈਂ ਹੱਥ ਜੋੜ ਕੇ ਆਖਦਾ, ਮੈਂ ਜਿਸ ਨੇ ਅੰਦਰ ਸਾਂਝ ਨਹੀਂ ਪਾਈ ਨਾ, ਉਹ ਪਾਠ ਪੁਰਾਣ ਬਸ ਐਸੇ ਬਿਰਤੀ 'ਤੇ ਫਿਰ ਟਿਕ ਗਿਆ। ਮੈਂ ਕਰੀ ਜਾ ਰਿਹਾ, ਮੈਂ ਕਰੀ ਜਾ ਰਿਹਾ, ਮੈਂ ਕਰ ਰਿਹਾ, ਲੇਕਿਨ ਉਵੇਂ ਕਾਮ ਦੇ ਉਛਾਲੇ ਨੇ, ਉਵੇਂ ਕ੍ਰੋਧ ਦੇ ਉਛਾਲੇ ਨੇ, ਉਵੇਂ ਬਾਕੀਆਂ ਦੇ ਫਿਰ ਉਛਾਲੇ ਨੇ। ਅਧਿਆਤਮਕ ਕਰਮ ਕਰੇ ਤਾਂ ਸੱਚਾ, ਫਿਰ ਅਡੋਲ ਹੈ। ਮੁਕਤ ਭੇਦ ਕਿਆ ਜਾਣੈ ਕਾਚਾ। ਜੇ ਐਵੇਂ ਨਹੀਂ ਤੇ ਕੱਚਾ ਬੰਦਾ ਉਹਨੂੰ ਮੁਕਤੀ ਦੇ ਭੇਦ ਕੀ ਸਮਝੇਗਾ, ਵੀ ਮੈਂ ਮੁਕਤ ਹੋ ਗਿਆ, ਮੁਕਤ ਹੋ ਗਿਆ। ਸੰਗਤ ਜੀ, ਵਾਹਿਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਨਮ ਸਥਾਨ ਦੀ ਸੇਵਾ ਕਰਨ ਵਾਲਾ ਹੋਵੇ। ਅਸੀਂ ਸਾਰੇ ਨਾ ਤਰਸਦੇ ਹਾਂ, ਅਰਦਾਸਾਂ ਪਏ ਕਰਦੇ ਹਾਂ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤੇ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਪ੍ਰਦਾਨ ਕਰੋ। ਕਿਉਂ ਤਰਸਦੇ ਹਾਂ? ਕਿਉਂ ਤਰਸਦੇ ਹਾਂ ਅਸੀਂ? ਸਾਨੂੰ ਉੱਥੇ ਗਿਆ ਹੋਇਆਂ ਧੂੜ ਮੱਥੇ 'ਤੇ ਲਾਉਣ 'ਤੇ ਵਾਰ-ਵਾਰ ਦਿਲ ਕਰਦਾ, ਵਾਰ-ਵਾਰ ਮੱਥੇ ਟੇਕਣ 'ਤੇ ਦਿਲ ਕਰਦਾ, ਲੇਕਿਨ ਉਸ ਸਥਾਨ ਦਾ ਸੰਭਾਲਣ ਵਾਲਾ ਆਪਣੇ ਆਪ ਨੂੰ ਉਦਾਸੀ ਖਵਾਏ। ਨਾਮ ਉਸਦਾ ਉਦਾਸੀ ਉਸਨੇ ਰਖਵਾਇਆ। ਮੈਂ ਉਦਾਸੀ ਸੰਪਰਦਾ ਨਾਲ ਸੰਬੰਧਿਤ ਹਾਂ, ਅਤੇ ਉਦਾਸੀ ਸ਼ਬਦ ਦਾ ਅਰਥ ਇਹ ਲੈ ਕੇ ਚੱਲੇ ਨੇ, ਗੁਰੂ ਨਾਨਕ ਵਾਲੀ ਉਦਾਸੀ ਨਹੀਂ। ਲਫ਼ਜ਼ਾਂ ਨੂੰ ਨਾ ਜਿਵੇਂ ਅਸੀਂ ਕਹੀਏ ਚੋਰੀ ਕਰ ਰਿਹਾ, ਅਰਥ ਹੁੰਦੇ ਆਪਣੇ ਬਣਾ ਲਏ। ਉਦਾਸੀ ਦਾ ਅਰਥ ਲੈ ਕੇ ਚੱਲੇ ਮੈਂ ਤਿਆਗੀ ਹਾਂ, ਅਤੇ ਤਿਆਗੀ ਕੀ ਹੋਇਆ?
ਤਿਆਗੀ ਐਸਾ ਬਣਿਆ ਜਿਸ ਨੇ ਸ਼ਾਦੀ ਨਾ ਕਰਵਾਈ, ਆਨੰਦ ਕਾਰਜ ਨਾ ਕਰਵਾਇਆ। ਹੁਣ ਗੱਲ ਇਤਿਹਾਸ ਦੀ ਹੈ, ਮੈਨੂੰ ਸਾਹਮਣੇ ਇਹਨਾਂ ਲਫ਼ਜ਼ਾਂ ਵਿੱਚ ਹੀ ਰੱਖਣੀ ਪੈ ਸਕਦੀ ਹੈ, ਖਿਮਾ ਕਰਿਓ ਜੇ। ਮੁਸਲਮਾਨਾਂ ਦੀ ਮੁਟਿਆਰ ਧੀ ਨੂੰ ਕੱਢ ਕੇ ਤੁਰ ਪਿਆ, ਆਪਣੇ ਘਰ ਵਸਾ ਲਿਆ, ਉਸ ਤੋਂ ਨਿਆਣੇ ਹੋਵੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਦਾ ਸੇਵਾਦਾਰ, ਮਹੰਤ ਹੋਵੇ ਉੱਥੋਂ ਦਾ, ਆਪ ਸ਼ਰਾਬਾਂ ਪੀਣੀਆਂ, ਘੋੜਿਆਂ ਨੂੰ ਸ਼ਰਾਬਾਂ ਪਿਆਉਣੀਆਂ, ਔਰ ਨਨਕਾਣਾ ਸਾਹਿਬ ਦੇ ਵਿਹੜਿਆਂ ਦੇ ਵਿੱਚ, ਵਾਹਿਗੁਰੂ, ਦਰਬਾਰ 'ਚ ਨਹੀਂ, ਵਿਹੜਿਆਂ ਦੇ ਵਿੱਚ। ਹੁਣ ਬੰਗਲਾ ਸਾਹਿਬ ਦਾ ਵਿਹੜਾ ਜਿਹੜਾ ਬੰਗਲਾ ਸਾਹਿਬ ਤੋਂ ਬਾਹਰ ਹੈ ਕਿਤੇ, ਅਤੇ ਜੇ ਉੱਥੋਂ ਦਾ ਜ਼ਿੰਮੇਵਾਰ ਸੱਜਣ ਵਿਹੜਿਆਂ ਦੇ ਵਿੱਚ ਮੁਜਰੇ ਕਰਵਾਉਣ, ਜਿਹਨੂੰ ਅਸੀਂ ਡਾਂਸ ਕਹਿੰਦੇ ਹਾਂ, ਨਾਚ ਵੇਸਵਾਵਾਂ ਦੇ ਮੁਜਰੇ ਕਰਵਾਉਣ, ਇਹ ਮੰਨਤਾਂ ਦੇ ਕੰਮ ਹੁੰਦੇ ਨੇ। ਸਿੱਖ ਬਿਲਕੁਲ ਨਨਕਾਣਾ ਸਾਹਿਬ ਦਾ ਪ੍ਰਬੰਧ ਨਹੀਂ ਲੈਣਾ ਚਾਹੁੰਦੇ ਸਨ, ਧਿਆਨ ਰੱਖਿਓ ਜੇ। ਅਸੀਂ ਬਾਕੀ ਧਰਮ ਸਥਾਨਾਂ ਦਾ ਪ੍ਰਬੰਧ ਨਹੀਂ ਲੈਣਾ ਚਾਹੁੰਦੇ ਸਾਂ, ਅਸੀਂ ਚਾਹੁੰਦੇ ਸਾਂ ਇਹ ਕਰਦੇ ਨੇ, ਕਰੀ ਜਾਣ, ਲੇਕਿਨ ਜਿਸ ਗੁਰੂ ਦੇ ਕਹਾ ਕੇ ਸੇਵਾ ਕਰ ਰਹੇ ਨੇ, ਉਸ ਗੁਰੂ ਦੇ ਬਣ ਤਾਂ ਜਾਣ। ਤੁਸੀਂ ਆਪ ਅੰਮ੍ਰਿਤਧਾਰੀ ਹੋ ਜਾਓ, ਸਿੱਖ ਤਾਂ ਬਣੋ। ਤੁਸੀਂ ਆਨੰਦ ਕਾਰਜ ਕਰਵਾ ਲਓ, ਤੁਹਾਨੂੰ ਕੋਈ ਮਨਾ ਕਰ ਰਿਹਾ? ਗੁਰੂ ਸਾਹਿਬ ਨੇ ਤਾਂ ਤਿਆਗ ਵਾਲਾ ਰਾਹ ਹੀ ਨਹੀਂ ਦਿਖਾਇਆ। ਅਸੀਂ ਆਮ ਤੌਰ 'ਤੇ ਸਿੱਧੇ ਜਿਹੇ ਲਫ਼ਜ਼ਾਂ 'ਚ ਕਹਿ ਦਿੰਦੇ ਹਾਂ ਸਾਰੇ ਗੁਰੂ ਗ੍ਰਸਤੀ ਹੋਏ ਨੇ, ਜਿਹੜਾ ਕਿ ਸੱਚ ਹੈ। ਸਾਨੂੰ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਨਾ। ਔਰ ਅੱਜ ਵੀ ਜਿਹੜਾ ਵਿਅਕਤੀ, ਜਿਹੜਾ ਸਾਡਾ ਬੱਚਾ, ਨਾਲ ਚੱਲਦਿਆਂ ਹੋਇਆਂ ਇਹ ਗੱਲ ਥੋੜ੍ਹੀ ਜਿਹੀ ਵਿਚਾਰ ਲਈਏ ਆਪਾਂ। ਸਾਡੇ ਅੱਜ ਕੁਝ ਬੱਚੇ ਐਸੇ ਨੇ, ਉਹਦੇ ਪਿਛੋਕੜ ਵਿੱਚ ਕਾਰਨ ਤਾਂ ਜ਼ਰੂਰ ਹੋਣਗੇ, ਜਿਹੜੇ ਸ਼ਾਦੀ ਨਹੀਂ ਕਰਵਾਉਂਦੇ, ਆਨੰਦ ਕਾਰਜ ਨਹੀਂ ਕਰਵਾਉਂਦੇ। ਕਈ ਵਾਰ ਨੋਟਿਸ ਵਿੱਚ ਆਉਂਦਾ ਪੁੱਤਰ ਵੀ ਅਤੇ ਧੀ ਵੀ, ਸਾਨੂੰ ਵਿਆਹ ਦੀ ਲੋੜ ਹੀ ਨਹੀਂ ਹੈ। ਵਾਹਿਗੁਰੂ, ਜਿਹੜੇ ਮੇਰੇ ਸਨਮੁਖ ਤੁਸੀਂ ਸਿਆਣੇ ਵਿਅਕਤੀ ਬੈਠੇ ਹੋ, ਸਾਰੇ ਵਿਚੋੜ ਜਾਂ ਖੱਬੇ ਸੱਜੇ ਬੈਠੇ ਹੋ ਜਾਂ ਸੁਣ ਰਹੇ ਹੋ, ਤੁਸੀਂ ਸਮਝਦੇ ਹੋ ਕਿ ਜੀਵਨ ਪਰ ਅਡੋਲ ਰਿਹਾ ਜਾ ਸਕਦਾ ਹੈ। ਪਰਦੇ ਦੇ ਵਿੱਚ ਨਾ ਹਰ ਮਾਂ ਨੂੰ ਆਪਣੀ, ਹਰ ਮਾਪੇ ਨੂੰ ਆਪਣੀ ਧੀ ਵੀ ਚੰਗੀ ਲੱਗਦੀ ਹੈ, ਆਪਣਾ ਪੁੱਤਰ ਵੀ ਚੰਗਾ ਲੱਗਦਾ, ਬਿਲਕੁਲ ਅਡੋਲ ਲੱਗਦੇ ਨੇ। ਲੇਕਿਨ ਕੁਦਰਤ ਦਾ ਨੇਮ ਹੀ ਨਹੀਂ ਹੈ, ਥਿੜਕੇਗਾ ਨਾ, ਭਟਕੇਗਾ ਨਾ। ਇੱਕ ਤਾਂ ਇਹ ਗੱਲ ਜ਼ਰੂਰ ਹੈ, ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਕਿ ਗ੍ਰਸਤ ਜਿਹੜਾ ਹੈ, ਗ੍ਰਸਤੀ ਹੋਣਾ, ਮੈਰਿਡ ਲਾਈਫ ਹੋਣੀ, ਇਹ ਉੱਤਮ ਮਾਰਗ ਹੈ, ਉੱਤਮ ਰਸਤਾ ਹੈ। ਦੂਜੀ ਗੱਲ, ਬੱਚਿਆਂ ਵਾਲਾ ਹੋਣਾ, ਇਹ ਨਹੀਂ ਕਿ ਇੱਕ ਬੱਚਾ ਹੀ ਹੋਵੇ, ਬੱਚਿਆਂ ਵਾਲਾ ਹੋਣਾ। ਜਿਹੜੇ ਮਨੁੱਖ ਬੱਚੇ ਨਹੀਂ ਲੈਣਾ ਚਾਹੁੰਦੇ, ਜਿਹੜੇ ਕਪਲ ਬੱਚੇ ਨਹੀਂ ਲੈਣਾ ਚਾਹੁੰਦੇ, ਧਿਆਨ ਰੱਖਣ, ਉਹ ਕੁਦਰਤ ਦੇ ਨੇਮ ਦਾ ਉਲੰਘਣ ਕਰ ਰਹੇ ਨੇ, ਵਾਹਿਗੁਰੂ ਜੀ ਦੇ ਨੇਮ ਦਾ ਉਲੰਘਣ ਕਰ ਰਹੇ ਨੇ। ਇਹ ਗੱਲਾਂ ਅਸੀਂ ਛੱਡ ਦਈਏ ਕਿ ਸਿੱਖਾਂ ਦੀ ਗਿਣਤੀ ਘਟਦੀ ਪਈ ਹੈ, ਸਾਨੂੰ ਇਸ ਪਾਸੇ ਤਾਂ ਫਿਕਰ ਹੀ ਕੋਈ ਨਹੀਂ ਹੈਗਾ। ਕੁਦਰਤੀ ਨੇਮ ਦੀ, ਕੁਦਰਤੀ ਅਸੂਲਾਂ ਦੀ ਉਲੰਘਣਾ ਹੈ। ਇਹ ਭਟਕ ਰਿਹਾ ਸੀ ਨਾ, ਜਿਸ ਦੀ ਅਸੀਂ ਗੱਲਾਂ ਕਰਦੇ ਪਏ ਹਾਂ, ਇਹਦੇ ਵਿਰੁੱਧ ਮੋਰਚਾ ਲਾਇਆ ਅਤੇ ਇਹਨੂੰ ਕੱਢਿਆ ਅਤੇ ਉਹ ਕੀਤਾ ਅਤੇ ਆਹ ਕੀਤਾ। ਮੈਂ ਫਿਰ ਵਾਰ-ਵਾਰ ਦੁਹਰਾ ਰਿਹਾ, ਬੰਦੇ ਭਟਕਦੇ ਨੇ, ਮਨੁੱਖ ਭਟਕਦੇ ਨੇ, ਠੋਕਰਾਂ ਖਾਂਦੇ ਨੇ। ਔਰ ਇੱਕ ਮਹੰਤ ਦੀ ਗੱਲ ਨਹੀਂ ਸੀ, ਬਹੁ ਗਿਣਤੀ ਮਹੰਤਾਂ ਦਾ ਇਹ ਹਾਲ ਹੋ ਚੁੱਕਾ ਸੀ, ਬਹੁ ਗਿਣਤੀ ਮਹੰਤਾਂ ਦਾ। ਜ਼ਮੀਨਾਂ ਕਰਕੇ, ਜਗੀਰਾਂ ਕਰਕੇ ਜਿਹੜੇ ਗੁਰਦੁਆਰਾ ਸਾਹਿਬਾਨ ਨੂੰ ਲੱਗੀਆਂ ਹੋਈਆਂ ਸਨ, ਲਾਲਚੀ ਵੀ ਰੱਜ ਕੇ ਹੋ ਗਏ ਸਨ। ਔਰ ਐਸਾ ਵੀ ਸਾਹਮਣੇ ਆਉਂਦਾ ਹੈ ਕਿ ਇਸ ਨੇ ਉਸ ਮੁਸਲਮਾਨ ਮਿਰਾਸਣ ਦੇ ਪੇਟ ਤੋਂ ਪੈਦਾ ਹੋਏ ਬੱਚਿਆਂ ਦੇ ਨਾਮ 'ਤੇ ਉਹਨਾਂ ਜ਼ਮੀਨਾਂ ਨੂੰ ਲਗਾਉਣਾ ਚਾਹਿਆ ਜਿਹੜੀਆਂ ਜ਼ਮੀਨਾਂ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਰਾਏ ਬੁਲਾਰ ਹੋਰਾਂ ਨੇ ਨਨਕਾਣਾ ਸਾਹਿਬ ਦੇ ਨਾਂ 'ਤੇ ਲਾਈਆਂ ਸਨ। ਮੁਰੱਬੇ ਮੈਂ ਲਾ ਦਿਆਂ ਆਪਣੇ ਪੁੱਤਰਾਂ ਧੀਆਂ ਦੇ ਨਾਂ 'ਤੇ। ਧਿਆਨ ਮੇਰਾ ਫਿਰ ਮੁੜ ਕੇ ਇਤਿਹਾਸ ਦੀ ਉਹਨਾਂ ਗੱਲਾਂ ਵੱਲ ਜਾਂਦਾ ਹੈ, ਪਰ ਸਾਨੂੰ ਨਾ ਇਹ ਧਿਆਨ ਕਰਨ ਦੀ ਜ਼ਰੂਰਤ ਹੈ। ਜੇ ਸਾਡੇ ਪਰਿਵਾਰਾਂ ਵਿੱਚ, ਸਾਡੇ ਘਰਾਂ ਵਿੱਚ ਸਾਡੇ ਬੱਚੇ ਆਨੰਦ ਕਾਰਜ ਨਾ ਕਰਨ, ਵਿਆਹ ਨਾ ਕਰਨ, ਕਿਉਂ ਨਾ ਕਰਨ? ਅਸੀਂ ਗੁਰੂ ਕੇ ਸਿੱਖ ਹਾਂ, ਸਾਨੂੰ ਗੁਰੂ ਹੁਕਮ ਦੇ ਮੰਨ ਕੇ ਚੱਲਣ ਦੀ ਲੋੜ ਹੈ। ਨਿਰੇ ਮੱਥੇ ਟੇਕਣ ਨਾਲ ਗੱਲ ਨਹੀਂ ਬਣਦੀ ਹੁੰਦੀ।
ਕੁਦਰਤੀ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਵਾਹਿਗੁਰੂ ਜੀ ਨੇ ਸ਼ਕਤੀ ਦਿੱਤੀ ਹੈ। ਕੋਈ ਇਸਤਰੀ ਸਾਰੀ ਉਮਰ ਮਰਨ ਤੱਕ ਮਾਂ ਨਹੀਂ ਬਣ ਸਕਦੀ। ਕੋਈ ਪੁਰਸ਼ ਮਰਨ ਤੱਕ, ਅੰਤਲੇ ਸਵਾਸਾਂ ਤੱਕ 90 ਸਾਲਾਂ ਦਾ, 80 ਸਾਲਾਂ ਦਾ ਹੋ ਗਿਆ, ਬਾਪ ਨਹੀਂ ਬਣ ਸਕਦਾ ਹੁੰਦਾ। 10 ਸਾਲਾਂ ਦੀ ਮਾਂ ਵੀ ਨਹੀਂ ਬਣ ਸਕਦੀ, 10 ਸਾਲਾਂ ਦਾ ਬਾਪ ਵੀ ਨਹੀਂ ਬਣ ਸਕਦਾ। ਇਹ ਕੌਣ ਜਜ਼ਬੇ ਦਿੰਦਾ ਹੈ? ਕੌਣ ਸ਼ਕਤੀ ਦਿੰਦਾ ਹੈ? ਕੌਣ ਜਜ਼ਬੇ ਵਾਪਸ ਲੈ ਲੈਂਦਾ? ਕੌਣ ਸ਼ਕਤੀ ਵਾਪਸ ਲੈ ਲੈਂਦਾ ਹੈ? ਵਾਹਿਗੁਰੂ ਕਰਤਾਰ। ਔਰ ਸਤਿਗੁਰੂ ਮਹਾਰਾਜ ਨੇ ਨਾ ਇਹਨਾਂ ਜੋਗੀ ਕਹਾਉਣ ਵਾਲਿਆਂ ਨੂੰ ਸਾਰਿਆਂ ਨੂੰ ਆਖਿਆ, ਜੁਗਤੀ ਲੈ ਕੇ ਚੱਲੋ। ਜੇ ਤੁਹਾਡੇ ਪਾਸ ਜੁਗਤੀ ਨਹੀਂ ਹੈ, ਜੀਵਨ ਨਹੀਂ ਹੈ, ਤੁਸੀਂ ਨਹੀਂ ਠੀਕ ਚੱਲ ਸਕੋਗੇ। ਸਤਿਗੁਰੂ ਮਹਾਰਾਜ ਨੇ ਖਿਆਲ ਨੂੰ ਅੱਗੇ ਤੋਰਦਿਆਂ ਹੋਇਆਂ ਆਖਿਆ, ਕਹਿਣ ਲੱਗੇ, ਅਧਿਆਤਮ ਕਰਮ ਕਰੇ ਤਾਂ ਸੱਚ ਫਿਰ ਟਿਕਦਾ ਹੈ, ਇਸ ਤੋਂ ਬਿਨਾਂ ਮੁਕਤ ਭੇਦ ਕਿਆ ਜਾਣੈ ਕਾਚਾ। ਕੱਚੇ ਬੰਦੇ ਮੁਕਤੀ ਕੀ ਹੋਈ ਹੈ? ਕੱਚਿਆਂ ਦੀ ਵੀ ਮੁਕਤੀ ਹੁੰਦੀ ਹੈ। ਸਾਹਮਣੇ ਨਹੀਂ ਦਿਸਦਾ, ਭਟਕਦੇ ਫਿਰਦੇ ਨੇ, ਪਰਦੇ ਉਹਲੇ ਭਟਕਦੇ ਫਿਰਦੇ ਹੁੰਦੇ ਨੇ। ਹਜ਼ੂਰ ਨੇ ਆਖਿਆ, ਐਸਾ ਜੋਗੀ ਜੁਗਤ ਵਿਚਾਰੈ। ਐਸਾ ਜੋਗੀ ਹੀ ਜੁਗਤ ਨੂੰ ਸਮਝਦਾ ਹੈ, ਵਿਚਾਰਦਾ ਹੈ। ਪੰਚ ਮਾਰ ਸਾਚ ਉਰ ਧਾਰੈ। ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਕੰਟਰੋਲ ਕਰਕੇ ਨਾ ਆਪਣੇ ਜੀਵਨ ਦੇ ਵਿੱਚ ਉਸ ਕਰਤਾਰ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ। ਰਹਾਓ, ਜਿਸ ਕਾ ਅੰਤਰ ਸਾਚ ਵਸਾਵੈ। ਜਿਸ ਦੇ ਹਿਰਦੇ ਵਿੱਚ ਸੱਚ ਕਰਤਾਰ ਵਸਦਾ ਹੈ, ਜੋਗ ਜੁਗਤ ਕੀ ਕੀਮਤ ਪਾਵੈ। ਉਹ ਜੋਗ ਦੀ, ਜੁਗਤੀ ਦੀ ਜਿਹੜੀ ਮਹੱਤਤਾ ਹੈ ਨਾ, ਉਸ ਨੂੰ ਸਮਝਦਾ ਹੈ, ਇੰਪੋਰਟੈਂਸ ਸਮਝਦਾ ਹੈ। ਰਾਵ ਸੱਸ ਏਕੋ ਗ੍ਰਹਿ ਉਦਿਆਨੈ। ਉਹਦੀ ਦ੍ਰਿਸ਼ਟੀ ਦੇ ਵਿੱਚ ਹੀ ਘਰ ਦੇ ਵਿੱਚ ਰਹਿਣਾ, ਜੰਗਲ ਵਿੱਚ ਚਲੇ ਜਾਣਾ, ਜਾਂ ਕਿਸੇ ਨੇ ਤੱਤਾ ਬੋਲਿਆ ਤਾਂ, ਕਿਸੇ ਨੇ ਠੰਡਾ ਬੋਲਿਆ ਤਾਂ, ਹਰ ਹਾਲਤ ਵਿੱਚ, ਹਰ ਅਵਸਥਾ ਵਿੱਚ ਇੱਕ ਸਮਾਨ ਰਹਿਣਾ, ਉਹੀ ਸਮਝ ਸਕਦਾ ਹੈ। ਔਰ ਉਸੇ ਦੀ ਹੀ ਕਰਨੀ ਕੀਰਤ ਕਰਮ ਸਮਾਨੈ। ਕਰਨੀ ਕਰਮ ਅਤੇ ਕੀਰਤੀ, ਵਾਹਿਗੁਰੂ ਜੀ ਦੀ ਸਿਫਤ ਕਰਨੀ, ਬਾਣੀ ਪੜ੍ਹਨੀ। ਮੈਂ ਹੁਣ ਉਹਨਾਂ ਜੋਗੀਆਂ ਦੀ ਗੱਲ ਨਾ ਕਰਾਂ ਵਾਰ-ਵਾਰ। ਸਤਿਗੁਰੂ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਜੋਗੀ ਕਹਿਣਾ ਚਾਹਿਆ ਹੈ। ਮੇਰੇ ਸਿੱਖ ਵੀ ਜੋਗੀ ਹੋਣ, ਗੁਰਸਿੱਖ ਜੋਗੀ ਜਾਗਦੇ। ਸਾਨੂੰ ਵੀ ਜੋਗੀ ਆਖਿਆ ਭਾਈ ਗੁਰਦਾਸ ਜੀ ਹੋਰਾਂ ਨੇ। ਕੀ ਆਖਿਆ? ਇਹਨਾਂ ਦੀ ਕੀਰਤੀ ਕਰਨੀ, ਵਡਿਆਈ ਕਰਨੀ। ਇਹਨਾਂ ਦੇ ਕਰਮ ਬਿਲਕੁਲ ਬਰਾਬਰ ਨੇ, ਸਮਾਨ ਨੇ, ਸਮਾਨ। ਜੋ ਗੁਰੂ ਬਚਨ ਕਰਦੇ ਨੇ ਉਵੇਂ ਹੀ ਚੱਲਦੇ ਨੇ। ਹੁਣੇ ਅਸਾਂ ਨੇ ਸੁਣਿਆ ਨਾ, ਰਾਗੀ ਸਿੰਘ ਸਾਨੂੰ ਸੁਣਾ ਕੇ ਗਏ, ਸੇਵ ਕੀਤੀ, ਬੋਲੋ ਸਾਰੇ, ਸੇਵ ਕੀਤੀ ਸੰਤੋਖੀ। ਜਿਨੀ ਸੱਚੋ ਸੱਚ ਤੇ ਆਇਆ, ਓਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਵਾਹਿਗੁਰੂ ਓਨੀ ਕਿਹਨਾਂ ਨੇ? ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ। ਨਿਰੀ ਮੱਥਾ ਟੇਕਣਾ। ਹੁਣ ਮੈਂ ਸ਼ਬਦ ਵਾਰ-ਵਾਰ ਦੁਹਰਾ ਰਿਹਾ, ਤੇ ਐਉਂ ਨਾ ਸਮਝਣਾ ਵੀ ਗਿਆਨੀ ਜੀ ਕਹਿ ਰਹੇ ਨੇ ਮੱਥਾ ਨਾ ਟੇਕਿਆ ਕਰੋ, ਜਾਂ ਮੱਥਾ ਟੇਕਣ ਦਾ ਲਾਭ ਨਹੀਂ ਹੈ। ਪਰ ਸਿਰਫ ਇੱਕ ਕਰਮ ਕਾਂਡ ਹੀ ਰਹਿ ਜਾਏ। ਮੱਥਾ ਟੇਕਣਾ ਹੈ ਸਮਰਪਿਤ ਹੋਣਾ। ਐ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ, ਮੈਂ ਤੇਰੇ ਬਚਨਾਂ ਨੂੰ ਮੰਨਦਾ। ਕਦੀ ਭਾਈ ਕਨ੍ਹਈਆ ਜੀ ਨੇ ਭੇਦ ਖੋਲ੍ਹੇ ਸਨ। ਇੱਕ ਐਸੇ ਵਿਅਕਤੀ ਦੇ ਪਾਸ ਜਿਹੜਾ ਨਵਾਂ ਸਿੱਖ ਬਣਿਆ, ਤਾਂ ਉਹਨੂੰ ਕਿਸੇ ਨੇ ਟਾਂਚ ਕੀਤੀ, ਤੂੰ ਪਹਿਲਾਂ ਮੂਰਤੀਆਂ ਨੂੰ ਮੱਥੇ ਟੇਕਦਾ ਸੀ, ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲੱਗ ਪਿਆ, ਤੇ ਕੀ ਫਰਕ ਹੋਇਆ? ਤੇ ਭਾਈ ਸਾਹਿਬ ਦੇ ਕੋਲ ਆ ਕੇ ਪੁੱਛਣ ਲੱਗਾ, ਮੈਨੂੰ ਦੱਸੋ ਜੀ ਮੈਂ ਕੀ ਉੱਤਰ ਦਿਆਂ? ਤੇ ਭਾਈ ਸਾਹਿਬ ਕਹਿੰਦੇ ਨੇ, ਪੁੱਤਰਾ ਮੱਥਾ ਟੇਕਣ ਤੱਕ ਤਾਂ ਗੱਲਾਂ ਦੋਵੇਂ ਬਰਾਬਰ ਦੀਆਂ ਹੀ ਲੱਗਦੀਆਂ ਨੇ। ਮੂਰਤੀ ਨੂੰ ਸਿਰ ਨਿਵਾ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਨਿਵਾ ਦਿੱਤਾ, ਪਰ ਉਹਨੂੰ ਸਮਝਾ। ਮੂਰਤੀ ਗਿਆਨ ਨਹੀਂ ਦਿੰਦੀ, ਤੇ ਗੁਰੂ ਗ੍ਰੰਥ ਸਾਹਿਬ ਗਿਆਨ ਹੈ। ਅਸੀਂ ਐਵੇਂ ਮੱਥਾ ਨਹੀਂ ਟੇਕਦੇ, ਅਸੀਂ ਮੰਨਣ ਵਾਸਤੇ ਮੱਥਾ ਟੇਕਦੇ ਹਾਂ, ਅਸੀਂ ਮੰਨ ਕੇ ਮੱਥਾ ਟੇਕਦੇ ਹਾਂ। ਤੇ ਜੇ ਮੰਨਿਆ ਹੀ ਵਿੱਚੋਂ ਇਹ ਮਾਈਨਸ ਹੋ ਜਾਵੇ, ਫਿਰ ਮੱਥਾ ਟੇਕਿਆ ਕੀ ਹੈ? ਹਜ਼ੂਰ ਨੇ ਸਮਝਾਇਆ, ਕਰਨੀ ਕੀਰਤ ਕਰਮ ਸਮਾਨ ਹੋ ਜਾਂਦੇ ਨੇ ਜੀਵਨ ਦੇ ਵਿੱਚ। ਅਗਲਾ ਬਚਨ ਆਖਿਆ ਪਾਤਸ਼ਾਹ ਨੇ, ਏਕ ਸ਼ਬਦ ਇੱਕ ਭਿਖਿਆ ਮੰਗੈ,
ਉਹ ਫਿਰ ਘਰ ਘਰ ਖੱਪਰ ਲੈ ਕੇ ਨਹੀਂ ਤੁਰਿਆ ਫਿਰਦਾ ਮੰਗਤਾ ਬਣ ਕੇ। ਉਹ ਕੇਵਲ 2 ਵਾਰੀ ਇੱਕ ਇੱਕ ਸ਼ਬਦ ਆਇਆ ਹੈ, ਇਸ ਦਾ ਭਾਵ ਹੈ ਕੇਵਲ ਇੱਕ ਭਿਖਿਆ ਮੰਗਦਾ ਹੈ। ਕਾਹਦੀ? ਸ਼ਬਦ ਦੀ। ਵਿਸਰ ਨਾਹੀ ਦਾਤਾਰ, ਬੋਲੋ ਸਾਰੇ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਉ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਏ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਇਹ ਹੀ ਮੇਰਾ ਚਾਅ ਹੈ, ਇਹ ਹੀ ਮੇਰੀ ਮੰਗ ਹੈ। ਇਸ ਤਰ੍ਹਾਂ ਗੁਰੂ ਕਾ ਮੰਨ ਕੇ ਸੋਚ ਕੇ ਵਿਚਾਰ ਕੇ ਚੱਲਦਾ ਹੈ। ਫਿਰ ਇੱਕ ਸ਼ਬਦ ਇੱਕ ਭਿਖਿਆ ਮੰਗ ਹੈ, ਗਿਆਨ ਧਿਆਨ ਜੁਗਤ ਸੱਚ ਜਗ ਹੈ। ਉਹਨੂੰ ਸਹੀ ਗਿਆਨ, ਸਹੀ ਧਿਆਨ, ਸਹੀ ਜੁਗਤੀ ਪ੍ਰਾਪਤ ਹੁੰਦੀ ਹੈ, ਜਿਹੜਾ ਕਰਤਾਰ ਦੇ ਨਾਲ ਅਭੇਦ ਹੋ ਜਾਂਦਾ ਹੈ। ਭੈ ਰਚ ਰਹੈ ਨਾ ਬਾਹਰ ਜਾਏ, ਉਹ ਫਿਰ ਕਰਤਾਰੀ ਭੈ ਵਿੱਚ ਰਹਿੰਦਾ ਹੈ, ਜਿਸ ਨੂੰ ਅਸੀਂ ਮਰਿਆਦਾ ਆਖਦੇ ਹਾਂ। ਮਰਿਆਦਾ ਕੀ ਹੁੰਦੀ ਹੈ? ਇਹ ਭੈ ਕਾਹਦਾ ਹੈ ਕਿ ਵਾਹਿਗੁਰੂ ਮੈਨੂੰ ਡਾਂਗ ਮਾਰ ਦੇਗਾ, ਕਿਤੇ ਮੈਨੂੰ ਡਾਂਗ ਨਾ ਮਾਰ ਦੇਵੇ ਨਾ। ਨਿਰਮਲ ਭੈ। ਖਿਮਾ ਕਰਨਾ, ਮੈਂ ਹੱਥ ਜੋੜ ਕੇ ਪਹਿਲਾਂ ਆਖਿਆ ਨਾ, ਸਾਨੂੰ ਚੌਂਕੜੇ ਮਾਰ ਕੇ ਬੈਠਣਾ ਚਾਹੀਦਾ ਹੈ। ਕੋਈ ਨਾ ਚੌਂਕੜਾ ਮਾਰੇਗਾ ਤਾਂ ਫਿਰ ਕੀ ਹੋਵੇਗਾ? ਨਾ ਮੱਥਾ ਟੇਕੇਗਾ ਤਾਂ ਫਿਰ ਕੀ ਹੋਵੇਗਾ? ਅਸੀਂ ਸਾਰੇ ਨਾ ਇਸ ਪਾਸੇ ਰੁਖ ਕਰਕੇ ਬੈਠਦੇ ਹਾਂ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਸ਼ਬਦ ਦੀ ਵਿਚਾਰ ਹੋ ਰਹੀ ਹੈ। ਜੇ ਕੋਈ ਭੁਆ ਕੇ ਬਹਿ ਜਾਵੇ ਤੇ ਅਸੀਂ ਕੀ ਸ਼ਬਦ ਵਰਤਦੇ ਹਾਂ? ਬੇਅਦਬ। ਇਹ ਬੇਅਦਬੀ ਕਰ ਰਿਹਾ, ਅਦਬ ਨਹੀਂ ਕਰ ਰਿਹਾ। ਅਦਬ ਸ਼ਬਦ ਦਾ ਅਰਥ ਹੁੰਦਾ ਹੈ ਭੈ। ਇਹ ਭੈ ਵਿੱਚ ਨਹੀਂ ਬੈਠਾ ਹੋਇਆ। ਔਰ ਇਸ ਭੈ ਨੂੰ ਨਾ ਫਿਰ ਵਿਦਵਾਨ ਸੱਜਣੇ ਆਖਦੇ ਨੇ ਨਿਰਮਲ ਭੈ ਹੈ। ਨਿਰਮਲ ਭੈ, ਨਿਰਮਲ ਭੈ ਦੇ ਵਿੱਚ ਗੁਰੂ ਕਾ ਸਿੱਖ ਰਹਿੰਦਾ ਹੈ, ਜੋਗੀ ਰਹਿੰਦਾ ਹੈ, ਨਾ ਬਾਹਰ ਜਾਏ, ਉਲੰਘਣਾ ਨਹੀਂ ਕਰਦਾ। ਕੀਮਤ ਕੌਣ ਰਹਾ ਲਿਵ ਲਾਏ, ਫਿਰ ਉਹ ਲਿਵ ਜੋੜ ਕੇ ਬੈਠਦਾ ਹੈ। ਉਸ ਦੀ ਵਡਿਆਈ ਕੀ ਕਹੀ ਜਾ ਸਕਦੀ ਹੈ? ਆਪੇ ਮੇਲੇ ਭਰਮ ਚੁਕਾਏ, ਕਰਤਾਰ ਕਿਰਪਾ ਕਰਦਾ ਹੈ, ਭਰਮ ਉਸ ਦੇ ਅੰਦਰੋਂ ਦੂਰ ਕਰ ਦਿੰਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ, ਅਤੇ ਨਤੀਜੇ ਵਜੋਂ ਗੁਰ ਪ੍ਰਸਾਦ ਪਰਮ ਪਦ ਪਾਏ। ਗੁਰੂ ਕਿਰਪਾ ਦੇ ਸਦਕਾ ਉਸ ਦਾ ਜੀਵਨ ਵਧੀਆ ਹੋ ਜਾਂਦਾ ਹੈ, ਪਰਮ ਪਦਵੀ ਵਾਲਾ ਹੋ ਜਾਂਦਾ ਹੈ। ਚੇਤਾ ਰੱਖੋ ਸਾਰੇ, ਗੁਰੂ ਕੀ ਸੇਵਾ ਸ਼ਬਦ ਵਿਚਾਰ, ਗੁਰੂ ਕੀ ਮਤ ਲੈ ਕੇ ਚੱਲਣ ਵਾਲਾ, ਗੁਰੂ ਕੀ ਦਰਸਾਈ ਸੇਵਾ ਕਰਦਾ ਹੈ, ਸ਼ਬਦ ਦੀ ਵਿਚਾਰ ਕਰਦਾ ਹੈ। ਹਉਮੈ ਮਾਰੇ ਕਰਨੀ ਸਾਰ, ਆਪਣੀ ਹਉਮੈ ਨੂੰ ਮਾਰ ਦਿੰਦਾ ਹੈ, ਉਸ ਦੀ ਹਉਮੈ ਮਰ ਜਾਂਦੀ ਹੈ, ਉਸ ਦੀ ਸਾਰੀ ਕਰਨੀ ਸ੍ਰੇਸ਼ਟ ਹੋ ਜਾਂਦੀ ਹੈ। ਇੱਕ ਛੋਟਾ ਜਿਹਾ ਨੁਕਤਾ ਤੁਸੀਂ ਧਿਆਨ ਰੱਖਿਓ ਜੇ, ਸਮਾਂ ਤੇਜ਼ੀ ਨਾਲ ਚੱਲ ਰਿਹਾ ਹੈ। ਮੈਂ ਕੁਛ ਹੋਰ ਵੀ ਕਹਿਣਾ ਚਾਹੁੰਦਾ, ਸਤਿਗੁਰੂ ਮਹਾਰਾਜ ਪ੍ਰੇਰਨਾ ਕਰਨ, ਆਪਾਂ ਸਮੇਂ ਅਨੁਸਾਰ ਕਹਿ ਕੇ ਤੇ ਸਮਾਪਤੀ ਕਰ ਦਈਏ। ਸਾਡੇ ਸਾਰੇ ਜਜ਼ਬੇ ਉਸ ਵੇਲੇ ਕਾਮ ਬਣਦੇ ਨੇ, ਕ੍ਰੋਧ ਬਣਦੇ ਨੇ, ਲੋਭ ਮੋਹ ਤੇ ਹੰਕਾਰ ਬਣਦੇ ਨੇ, ਵਿਗੜਦੇ ਨੇ। ਇਹ ਸਾਰੇ ਜਜ਼ਬੇ ਜਿਸ ਵੇਲੇ ਸਾਡੇ ਅੰਦਰ ਹਉਮੈ ਹੁੰਦੀ ਹੈ। ਅਸੀਂ ਵਾਹਿਗੁਰੂ ਜੀ ਦੇ ਨਿਯਮਾਂ ਨੂੰ ਭੁਲਾ ਦਿੰਦੇ ਹਾਂ, ਵਾਹਿਗੁਰੂ ਜੀ ਦੀ ਥਾਪੀ ਮਰਿਆਦਾ ਨੂੰ, ਗੁਰੂ ਦੀ ਥਾਪੀ ਮਰਿਆਦਾ ਨੂੰ ਭੁਲਾ ਦਿੰਦੇ ਹਾਂ। ਕੌਣ ਭੁਲਾਉਂਦਾ ਹੈ? ਹਉਮੈ। ਲੇਕਿਨ ਗੁਰੂ ਕੇ ਕਹਾਉਣ ਵਾਲੇ ਸੇਵਾ ਦੇ ਵਿੱਚ ਰਹਿੰਦੇ ਨੇ, ਸ਼ਬਦ ਦੀ ਵਿਚਾਰ ਵਿੱਚ ਰਹਿੰਦੇ ਨੇ, ਔਰ ਮੰਨ ਕੇ ਚੱਲਦੇ ਨੇ। ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮੰਨੀ। ਵਾਹਿਗੁਰੂ ਹਉਮੈ ਖਤਮ ਕਰ ਦਿੱਤੀ। ਜਿੱਥੇ ਅਸੀਂ ਇਹਨਾਂ ਦੀ ਗੱਲ ਕਰਦੇ ਪਏ ਹਾਂ, ਮਹੰਤਾਂ ਦੀ ਗੱਲ ਕਰਦੇ ਪਏ ਹਾਂ, ਇਹਨਾਂ ਵਿੱਚ ਚੰਗੇ ਜੋਗੀ ਵੀ ਸਨ। ਮੈਂ ਇਸੇ ਦੀ ਗੱਲ ਕਰਦਿਆਂ, ਇੱਕ ਸੁੰਦਰਦਾਸ ਨਾਮ ਦਾ ਜੋਗੀ ਸੀ, ਆਲਰੇਡੀ ਉਦਾਸੀ ਸੀ। ਲੇਕਿਨ ਇਹ ਐਸਾ ਉਦਾਸੀ ਸੀ ਜਿਸ ਨੇ ਕੋਰਟ ਵਿੱਚ ਬਿਆਨ ਦਿੱਤਾ, ਮੈਂ ਆਪਣਾ ਵਿਆਹ ਕਰਵਾ ਲਿਆ, ਔਰ ਮੇਰੇ ਵਿਆਹ 'ਤੇ ਸਾਰੇ ਉਦਾਸੀ ਵਿਆਹ ਵਿੱਚ ਸ਼ਾਮਲ ਵੀ ਹੋਏ। ਕਿਸੇ ਨੂੰ ਜਾਣਦਾ ਸੀ, ਉਹਨੇ ਸਵਾਲ ਕੀਤਾ, ਤੇਰਾ ਗੁਰੂ ਵੀ ਗਿਆ? ਇਹ ਗੁਰੂ ਆਖਿਆ ਕਰਦੇ ਸਨ। ਕਹਿੰਦਾ ਨਹੀਂ, ਮੇਰਾ ਗੁਰੂ ਮੇਰੇ ਨਾਲ ਨਾਰਾਜ਼ ਹੋ ਗਿਆ, ਤੂੰ ਉਦਾਸੀ ਹੋ ਕੇ ਵਿਆਹ ਕਰਵਾ ਲਿਆ। ਪਰ ਮੈਂ ਵਿਆਹ ਕਰਵਾਇਆ। ਇਹ ਸਾਰੇ ਉਦਾਸੀ ਜਿਹੜੇ ਨੇ ਮੇਰੇ ਵਿਆਹ 'ਤੇ ਗਏ ਸਨ। ਉਹਦਾ ਜ਼ਿਕਰ ਕਿਉਂ ਆਇਆ?
ਜ਼ਿਕਰ ਇਸ ਲਈ ਆਇਆ ਕਿ ਉਹ ਅਖੀਰ ਵੇਲੇ, ਅਖੀਰ ਦੇ ਸਮੇਂ 'ਤੇ ਜਿਸ ਵੇਲੇ ਜਥਾ ਅੰਦਰ ਦਾਖਲ ਹੁੰਦਾ ਹੈ, ਉਹ ਜਟਾਵਾਂ ਵਾਲਾ, ਉਸਨੇ ਜਟਾਵਾਂ ਵੀ ਰੱਖੀਆਂ ਹੋਈਆਂ ਸਨ, ਸੁੰਦਰਦਾਸ ਸੀ ਉਸ ਦਾ ਨਾਮ, ਉਹ ਵੀ ਨਾਲ ਦਾਖਲ ਹੁੰਦਾ ਹੈ। ਔਰ ਬਾਕੀ ਜਥੇ ਨਾਲੋਂ ਪਹਿਲਾਂ ਅੰਦਰ ਆਉਂਦਾ ਹੈ। ਕਿਉਂ ਪਹਿਲਾਂ ਆਉਂਦਾ ਹੈ? ਉਹ ਜਥੇ ਦੇ ਨਾਲ ਹਮਦਰਦੀ ਰੱਖਦਾ ਸੀ, ਸਮਝਦਾ ਸੀ ਨਾਰਾਇਣ ਦਾਸ ਗਲਤ ਕਰ ਰਿਹਾ ਹੈ, ਇਹਨੂੰ ਐਵੇਂ ਇੱਥੇ ਨਹੀਂ ਕਰਨਾ ਚਾਹੀਦਾ, ਸਿੱਖਾਂ ਦੀ ਗੱਲ ਨੂੰ ਮੰਨਣਾ ਚਾਹੀਦਾ ਹੈ, ਇਹ ਜੇ ਨਹੀਂ ਸੇਵਾ ਸੰਭਾਲ ਸਕਦਾ, ਸੇਵਾ ਸੰਭਾਲ ਸਿੱਖਾਂ ਨੂੰ ਦੇ ਦੇਵੇ। ਭਾਈ ਲਛਮਣ ਸਿੰਘ ਹੋਰਾਂ ਦੇ ਨਾਲ ਸੀ। ਔਰ ਅੰਦਰ ਗੋਲੀਆਂ ਵਰਦੀਆਂ ਰਹੀਆਂ, ਸਾਰੇ ਚੌਖੰਡੀ ਵਾਲੇ ਸ਼ਹੀਦ ਕਰ ਦਿੱਤੇ ਗਏ, ਬਾਹਰ ਵਿਹੜੇ ਵਿੱਚ ਸ਼ਹੀਦ ਕਰ ਦਿੱਤੇ ਗਏ, ਸੈਂਕੜਿਆਂ ਦੀ ਤਾਦਾਦ ਵਿੱਚ ਸ਼ਹੀਦ ਕਰ ਦਿੱਤੇ ਗਏ। ਜਟਾਵਾਂ ਇਸਨੇ ਸਿਰ 'ਤੇ ਰੱਖੀਆਂ ਸੀ, ਇਹਨੂੰ ਸਿੱਧੇ ਤੌਰ 'ਤੇ ਨਾ ਮਾਰਿਆ ਗਿਆ, ਜੋਗੀ ਹੈ ਸਾਡਾ। ਜਿਸ ਵੇਲੇ ਬਾਹਰ ਨਿਕਲਿਆ, ਉਸ ਵੇਲੇ ਜਿਹੜਾ ਉਹਨਾਂ ਦਾ ਇੱਕ ਹੈ ਸੀ ਕਾਤਲ, ਬੰਦੂਕ ਫੜ ਕੇ ਸਿੱਧੀ ਕਰ ਦਿੱਤੀ। ਕੋਲੋਂ ਦੂਜੇ ਬੋਲ ਪਏ, ਨਹੀਂ ਨਹੀਂ ਇਹ ਆਪਣਾ ਬੰਦਾ ਹੀ ਹੈ, ਇਹ ਸਾਧ ਹੈ। ਬਚ ਗਿਆ। ਕੋਰਟ ਵਿੱਚ ਆ ਕੇ ਇਸਨੇ ਫਿਰ ਬਾਅਦ 'ਚ ਬਿਆਨ ਦਿੱਤੇ ਸਾਰੇ। ਇਸ ਤੋਂ ਪਹਿਲਾਂ ਜਿਸ ਵੇਲੇ ਅੰਦਰ ਦਾਖਲ ਹੋਣ ਲੱਗੇ ਨਾ, ਬਾਹਰ ਭਾਈ ਲਛਮਣ ਸਿੰਘ ਹੋਰਾਂ ਨੇ ਨਾ ਉਸ ਵੇਲੇ ਹੱਥ ਫੜ ਲਿਆ, ਅਤੇ ਹੱਥ ਫੜ ਕੇ ਨਾ ਕਹਿਣ ਲੱਗੇ, ਬਾਬਾ ਜੀ ਮੈਨੂੰ ਤੁਸੀਂ ਮੁਆਫ ਕਰ ਦਿਓ ਜੇ, ਮੈਨੂੰ ਮੁਆਫ ਕਰ ਰਹੇ ਹੋ ਜੇ। ਮੇਰੇ ਅੰਦਰ ਸ਼ੱਕ ਸੀ ਕਿ ਤੁਸੀਂ ਉਦਾਸੀ ਹੋ ਕੇ ਜੋਗੀ ਨਾਰਾਇਣ ਦਾਸ ਵਰਗੇ ਜੋਗੀ ਹੈ, ਤੁਸੀਂ ਉਹਦੇ ਹੀ ਤੁਸੀਂ ਉਦਾਸੀ ਹੋ, ਪਰ ਤੁਸੀਂ ਤਾਂ ਮਰਨ ਲਈ ਤਿਆਰ ਹੋ ਗਏ ਹੋ। ਮੈਨੂੰ ਮੁਆਫ ਕਰ ਦਿਓ ਜੇ ਤੁਸੀਂ, ਮੈਂ ਤੁਹਾਨੂੰ ਸਮਝ ਨਹੀਂ ਸਕਿਆ। ਉਹ ਵੀ ਜੋਗੀ ਹੈ ਅਤੇ ਉਹ ਵੀ ਜੋਗੀ ਹੈ, ਫਰਕ ਕੀ ਹੋਇਆ? ਕਿਸੇ ਨੇ ਸਮਝ ਲਿਆ, ਕੋਈ ਨਾ ਸਮਝ ਸਕਿਆ। ਭਾਈ ਲਛਮਣ ਸਿੰਘ ਜਿਨ੍ਹਾਂ ਨੇ ਆਪਣੀ ਹਉਮੈ ਨਿਵਰਤ ਕੀਤੀ, ਭੁੱਖੇ ਨੰਗੇ ਨਹੀਂ ਸਨ, ਹੈਨ ਮਰਬਿਆਂ ਦੇ ਮਾਲਕ ਸਨ, ਪਰਿਵਾਰਾਂ ਵਾਲੇ ਸਨ, ਲੇਕਿਨ ਨਾ ਕਾਮ ਨੇ ਭਟਕਾਇਆ, ਨਾ ਕ੍ਰੋਧ ਨੇ ਭਟਕਾਇਆ, ਨਿਮਰਤਾ ਨਾਲ ਆਪਣਾ ਸਿਰ ਅੱਗੇ ਦਿੱਤਾ, ਅੱਗੇ ਹੋ ਕੇ ਸਾਥੀਆਂ ਨੂੰ ਆਖਿਆ, ਇਹ ਲਕੀਰ ਜੇ, ਇਸ ਲਕੀਰ ਤੋਂ ਅੱਗੇ ਉਹ ਆਇਓ ਜੇ ਜਿਹਨੇ ਸਿਰ ਦੇਣਾ ਅਤੇ ਹੱਥ ਨਹੀਂ ਉਠਾਉਣਾ, ਕਿਸੇ ਨੂੰ ਗਾਲ ਨਹੀਂ ਕੱਢਣੀ। ਕਮਜ਼ੋਰ ਬੰਦਾ ਸਿਰ ਨਿਵਾਉਂਦਾ ਹੈ, ਬਲੀ ਬੰਦਾ ਸਿਰ ਨਿਵਾ ਦੇਵੇ, ਮੌਤ ਦੇ ਅੱਗੇ ਸਿਰ ਨਿਵਾ ਦੇਵੇ। ਪਰ ਯਾਦ ਵੀ ਤਾਂ ਅੱਜ ਫਿਰ ਉਹਨਾਂ ਨੂੰ ਕੀਤਾ ਜਾਂਦਾ ਹੈ ਨਾ, ਗੁਰਦੁਆਰਿਆਂ ਦੀ ਸੇਵਾ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਤੇ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ। ਖਾਲਸਾ ਜੀ ਬੋਲੋ ਜੀ, ਵਾਹਿਗੁਰੂ।